ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ। ਮੁਸਕਰਾਉਂਦਾ ਹੋਇਆ ਚਿਹਰਾ ਰੱਖੋ ਜੀ, ਪਹਿਲਾਂ ਸਾਰੇ ਜਾਣੇ ਰਿਲੈਕਸ ਹੋ ਕੇ ਬੈਠੋ। ਸੋ ਅੱਜ ਅਸੀਂ ਵਿਚਾਰਾਂ ਕਰਾਂਗੇ ਕਿ ਸਾਡੀ ਜਿਹੜੀ ਬੋਡੀ ਹੈ, ਇਹਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਪਰਮਾਤਮਾ ਨੇ ਪਾਈਆਂ ਹੋਈਆਂ ਨੇ। ਉਹ ਕਿਹੜੇ ਸਾਡੇ ਐਨਰਜੀ ਪੁਆਇੰਟਸ ਨੇ ਔਰ ਕਿਹੜੀਆਂ-ਕਿਹੜੀਆਂ ਉੱਥੇ ਸ਼ਕਤੀਆਂ ਪਈਆਂ ਨੇ ਸਾਡੀਆਂ। ਸੋ ਇਹਨੂੰ ਕੁੰਡਲਨੀ ਜਾਗਰਣ ਵੀ ਆਪ ਜੀ ਨੇ ਸੁਣਿਆ ਹੋਵੇਗਾ ਨਾ, ਕੁੰਡਲਨੀ ਸ਼ਕਤੀ। ਸੋ ਥੱਲੇ ਸਾਡੇ ਸ਼ਕਤੀ ਪਈ ਹੁੰਦੀ ਆ, ਉਹ ਫਿਰ ਜਾਗਦੀ ਹੈ। ਤੇ ਕੁੰਡਲਨੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੀਤਾ ਗਿਆ। 1402 ਅੰਗ ਦੇ ਉੱਤੇ ਭੱਟਾਂ ਦੇ ਸਵਈਆਂ ਵਿੱਚ ਇਹਦਾ ਜ਼ਿਕਰ ਹੈ। ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ। ਕਿੱਥੇ ਸੁਰਜਦੀ ਆ ਕੁੰਡਲਨੀ, ਇਹ ਜਿਹੜੀ ਸ਼ਕਤੀ ਆ, ਇਹ ਕਿੱਥੇ ਜਾਗਦੀ ਹੈ? ਇਹ ਜਾਗਦੀ ਸਤ ਸੰਗਤ ਦੇ ਵਿੱਚ। ਪਰਮਾਨੰਦ ਗੁਰੂ ਮੁਖ ਮਚਾ। ਤੇ ਜਦੋਂ ਗੁਰੂ ਮੁਖ ਮਚਾ ਮਤਲਬ ਗੁਰੂ ਦੇ ਬਚਨਾਂ ਦੇ ਉੱਤੇ ਜਦੋਂ ਅਸੀਂ ਚੱਲਦੇ ਆ ਨਾ, ਸੁਣਦੇ ਆ, ਉਹਨੂੰ ਕਮਾਉਂਦੇ ਆ, ਫਿਰ ਕੀ ਹੁੰਦਾ? ਪਰਮਾਨੰਦ, ਅਪਾਰ ਬ੍ਰਹਮ ਪਰਮਾਤਮਾ ਦਾ ਆਨੰਦ ਜਿਹੜਾ ਅਸੀਂ ਉਹ ਮੰਨ ਸਕਦੇ ਹਾਂ। ਸੁਪਰੀਮ ਬਲਿਸ ਜਾਂ ਅਸੀਂ ਕਹਿ ਲਈਏ, ਉੱਥੇ ਤੱਕ ਅਸੀਂ ਪਹੁੰਚ ਸਕਦੇ ਹਾਂ। ਸ੍ਰੀ ਗੁਰੂ ਸਾਹਿਬ ਸਭ ਉੱਪਰ। ਸਾਡੇ ਜਿਹੜੇ ਸਤਿਗੁਰੂ ਜੀ ਨੇ, ਇਹ ਸ਼੍ਰੋਮਣੀ ਹੁੰਦਾ। ਗੁਰੂ ਸਾਹਿਬ ਹੈ ਸਭ ਉੱਪਰ, ਸਭ ਤੋਂ ਉੱਪਰ ਨੇ ਗੁਰੂ ਸਾਹਿਬ ਜੀ। ਸੋ ਗੁਰੂ ਦੇ ਬਚਨ, ਉਹਨਾਂ ਨੂੰ ਅਗਰ ਕਮਾ ਲਿਆ ਜਾਵੇ, ਕਹਿੰਦੇ ਮਨ ਬਚ ਕਰਮ ਸੇਵੀਏ ਸੱਚਾ। ਤੋ ਸੱਚੇ ਗੁਰੂ ਦੇ ਬਚਨਾਂ ਨੂੰ ਮੰਨ ਕਰਕੇ, ਬਚਨਾਂ ਕਰਕੇ ਔਰ ਕਰਮਾਂ ਕਰਕੇ ਇਹਨਾਂ ਨੂੰ ਕਮਾਈਏ, ਸੇਵੀਏ, ਇਹਨਾਂ ਨੂੰ ਪੂਜੀਏ। ਸੇਵਣ ਪੂਜਣ ਦਾ ਹੀ ਮਤਲਬ ਹੁੰਦਾ ਕਿ ਅਸੀਂ ਮੰਨੀਏ ਆਪਣੇ ਗੁਰੂ ਦੇ ਬਚਨਾਂ ਨੂੰ। ਸੋ ਗੁਰੂ ਦੇ ਬਚਨ ਸੰਗਤ ਵਿੱਚ ਜਾ ਕੇ ਜਦੋਂ ਅਸੀਂ ਸੁਣਦੇ ਹਾਂ, ਉਹਨੂੰ ਮੰਨਦੇ ਹਾਂ, ਉਹਨੂੰ ਕਮਾਉਂਦੇ ਹਾਂ, ਤਾਂ ਸਾਡੀ ਜਿਹੜੀ ਕੁੰਡਲਨੀ ਹੈ ਇਹ ਸੁਰਜਦੀ ਹੈ। ਇਹ ਉਲਝੀ ਪਈ ਹੈ ਵਿਕਾਰਾਂ ਵਿੱਚ। ਸਾਡੀਆਂ ਜਨਮਾਂ ਦੇ ਜਿਹੜੇ ਅਸੀਂ ਕਰਮ ਸੰਸਕਾਰ ਸਾਡੇ ਪਏ ਨੇ, ਉਹਨਾਂ 'ਚ ਉਲਝੀ ਪਈ ਹੈ। ਸੁਲਝਦੀ ਜਾ ਕੇ ਆ ਸਤ ਸੰਗਤ ਦੇ ਵਿੱਚ। ਗੁਰੂ ਦੇ ਬਚਨ ਜਦੋਂ ਅਸੀਂ ਕਮਾਉਂਦੇ ਹਾਂ ਸੰਗਤ ਜੀ, ਤਾਂ ਇਹ ਸਾਡੀ ਜਿਹੜੀ ਬੋਡੀ ਹੈ, ਇਹਨੂੰ ਇੱਕ ਤਾਂ ਸਾਡੀ ਫਿਜ਼ੀਕਲ ਬੋਡੀ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ। ਸੋ ਜਿਨ੍ਹਾਂ ਨੇ ਖੋਜਾਂ ਕੀਤੀਆਂ ਨੇ ਸਰੀਰਾਂ ਦੇ ਉੱਤੇ, ਬਹੁਤ ਸੂਖਸ਼ਮ ਰੂਪ ਦੇ ਵਿੱਚ ਕੀਤੀਆਂ ਨੇ, ਉਹਨਾਂ ਨੇ ਸਾਡੀਆਂ 7 ਬੋਡੀਜ਼ ਦੱਸੀਆਂ ਨੇ। ਹੈ ਤਾਂ ਐਨਰਜੀ ਹੈ ਨਾ, ਬੋਡੀ ਵੀ ਐਨਰਜੀ ਹੈ। ਤੋ ਇਹ ਬੋਡੀ ਦੀ ਜਿਹੜੀਆਂ 7 ਅੱਗਿਓਂ ਇਹਦੇ ਪਾਰਟ ਨੇ, 7 ਹਿੱਸਿਆਂ ਵਿੱਚ ਇਹਦੀਆਂ ਐਨਰਜੀਜ਼ ਜਿਹੜੀਆਂ ਕੰਮ ਕਰਦੀਆਂ ਨੇ ਸਾਡੀ ਬੋਡੀ ਦੀਆਂ। ਤੇ ਇਹਦੇ ਵਿੱਚ ਸਾਡੇ 7 ਪੁਆਇੰਟਸ ਉਹਨਾਂ ਨੇ ਦੱਸੇ ਨੇ ਸ਼ਕਤੀ ਦੇ ਕੇਂਦਰ, ਜਿੱਥੋਂ ਸਾਡੀ ਕੁੰਡਲਨੀ ਸ਼ਕਤੀ ਜਾਗਦੀ ਹੈ। ਬੇਸ ਆਫ ਦਾ ਸਪਾਈਨ ਤੋਂ ਲੈ ਕੇ ਸਾਡੇ ਟੌਪ ਆਫ ਦਾ ਹੈਡ ਤੱਕ ਉਹ ਪਹੁੰਚਦੀ ਹੈ। ਤੋ ਇਹਦੇ ਬਾਰੇ ਅਸੀਂ ਥੋੜ੍ਹਾ ਜਿਹਾ ਸਮਝੀਏ, ਵਿਦਵਾਨ ਕੀ ਕਹਿੰਦੇ ਨੇ। ਉਹ ਕਹਿੰਦੇ ਪਹਿਲੀ ਜਿਹੜੀ ਸਾਡੀ ਹੈਗੀ ਹੈ ਨਾ ਬੋਡੀ, ਇਹ ਫਿਜ਼ੀਕਲ ਬੋਡੀ ਹੈ। ਨਾਲ ਅਸੀਂ 7 ਬੋਡੀਜ਼ ਦੀ ਵੀ ਗੱਲ ਕਰਾਂਗੇ, 7 ਅਸੀਂ ਪੁਆਇੰਟਸ ਜਿਹੜੇ ਐਨਰਜੀ ਦੇ ਨੇ ਉਹਨਾਂ ਦੀ ਵੀ ਗੱਲ ਕਰਾਂਗੇ। ਤਾਂ ਜਿਹੜਾ ਸਾਡੀ ਜਿਹੜੀ ਫਿਜ਼ੀਕਲ ਬੋਡੀ ਆ, ਇਹਦੇ ਬੇਸ ਆਫ ਦਾ ਸਪਾਈਨ ਦੇ ਵਿੱਚ ਜਿਹੜਾ ਸਾਡਾ ਐਨਰਜੀ ਪੁਆਇੰਟ ਹੈ, ਉਹਨੂੰ ਰੂਟ ਚੱਕਰ ਵੀ, ਚੱਕਰ ਤਾਂ ਕਹਿ ਦਿੰਦੇ ਨੇ ਕਿਉਂਕਿ ਐਨਰਜੀ ਜਿਹੜੀ ਘੁੰਮਦੀ ਹੈ, ਇਸ ਕਰਕੇ ਉਹਨੂੰ ਚੱਕਰ ਬੋਲ ਦਿੰਦੇ ਨੇ। ਉਹ ਸ਼ਕਤੀ ਜਿਹੜੀ ਉੱਥੇ ਘੁੰਮਦੀ, ਉਹਨੂੰ ਰੂਟ ਚੱਕਰ ਕਹਿੰਦੇ ਨੇ। ਬੇਸ ਆਫ ਦਾ ਸਪਾਈਨ, ਰੀੜ੍ਹ ਦੀ ਹੱਡੀ ਦਾ ਮੂਲ, ਰੀੜ੍ਹ ਦੀ ਹੱਡੀ ਦੀ ਜੜ ਦੇ ਵਿੱਚ ਸਾਡੀ ਸ਼ਕਤੀ ਜਿਹੜੀ ਹੈ ਉਹ ਸੁੱਤੀ ਪਈ ਹੈ। ਇਹਨੂੰ ਕੁੰਡਲਨੀ ਦਾ ਨਾਮ ਤਾਂ ਦਿੱਤਾ ਇਸ ਸ਼ਕਤੀ ਨੂੰ ਕਿਉਂਕਿ ਇਹਦੀ ਜਿਹੜੀ ਖੋਜ ਆ ਇਹ ਏਸ਼ੀਅਨ ਸੇਂਟਸ ਨੇ ਕੀਤੀ ਸੀ। ਸੋ ਉਹ ਕਿਉਂਕਿ ਆਪਣਾ ਏਸ਼ੀਅਨਸ ਜਿਹੜਾ ਕਲਚਰ ਹੈ, ਇਹਦੇ ਵਿੱਚ ਖੇਤੀਬਾੜੀ ਦਾ ਜ਼ਿਆਦਾ, ਆਪਣਾ ਇੰਡੀਆ ਵਿੱਚ ਹੀ ਲੈ ਲਓ ਤਾਂ ਖੇਤੀਬਾੜੀ ਪ੍ਰਧਾਨ ਰਿਹਾ ਇਹ ਦੇਸ਼। ਤਾਂ ਉਹਦੇ ਵਿੱਚ ਅਕਸਰ ਜਿਹੜਾ ਸਿੰਬੋਲਿਕ ਚੀਜ਼ਾਂ ਹੁੰਦੀਆਂ ਨੇ, ਇਹ ਵੀ ਸੱਪ ਨੂੰ ਦੇਖੋ ਤਾਂ ਉਹ ਕਿੱਦਾਂ ਕੁੰਡਲ ਮਾਰ ਕੇ ਬੈਠਾ ਹੁੰਦਾ, ਉਹਨੂੰ ਕੋਈ ਪੱਥਰ ਵੱਟਾ ਮਾਰੇ ਤਾਂ ਉਹ ਇੱਕਦਮ ਫਿਰ ਕਿਵੇਂ ਇੱਕਦਮ ਸਿੱਧਾ ਹੋ ਜਾਂਦਾ। ਸੋ ਇਵੇਂ ਹੀ ਜਦੋਂ ਸਾਡੀ ਸ਼ਕਤੀ ਨੂੰ ਵੀ ਜਗਾਇਆ ਜਾਂਦਾ ਤਾਂ ਫਿਰ ਉਹ ਸਿੱਧੀ ਉੱਠ ਕੇ ਸਾਡਾ ਟੌਪ ਆਫ ਦਾ ਹੈਡ, ਕਰਾਊਨ ਚੱਕਰਾ ਤੱਕ ਇਹ ਪਹੁੰਚ ਸਕਦੀ ਹੈ। ਤਾਂ ਅੱਜ ਅਸੀਂ ਇਹ ਵੀ ਦੇਖਾਂਗੇ ਵੀ ਇੱਥੇ ਕਿਹੜੀ ਸ਼ਕਤੀ ਸਟੋਰ ਪਈ ਆ, ਕਿਵੇਂ ਜਾਗਦੀ ਆ। ਅਗਰ ਉਹ ਸਾਡੀ ਸ਼ਕਤੀ ਇੰਬੈਲੈਂਸ ਆ ਤਾਂ ਫਿਰ ਸਾਡੇ ਉੱਤੇ ਕੀ, ਉਹਦਾ ਬੋਡੀ ਦੇ ਉੱਤੇ ਕੀ ਅਸਰ ਹੁੰਦਾ, ਸਾਡੀ ਲਾਈਫ ਦੇ ਉੱਤੇ, ਉਹਦਾ ਸਾਡੇ ਮਾਈਂਡ ਦੇ ਉੱਤੇ ਕੀ ਅਸਰ ਹੁੰਦਾ ਹੈ। ਸੋ ਪਹਿਲੀ ਜਿਹੜੀ ਹੈਗੀ ਆ ਫਿਜ਼ੀਕਲ ਬੋਡੀ ਆ, ਇਹਦੇ ਵਿੱਚ ਜਿਹੜਾ ਬੇਸ ਆਫ ਦਾ ਸਪਾਈਨ, ਰੂਟ ਚੱਕਰ ਜਿਹਨੂੰ ਕਹਿੰਦੇ ਨੇ, ਉਹਦੇ ਵਿੱਚ ਸਾਡੀ ਸ਼ਕਤੀ ਜਿਹੜੀ ਆ ਬਹੁਤ ਸਾਰੀ ਪਈ ਹੈ। ਸੋ ਪਹਿਲੇ ਵਿਦਵਾਨ ਕਹਿੰਦੇ ਨੇ ਜਿਨ੍ਹਾਂ ਨੇ ਖੋਜਾਂ ਕੀਤੀਆਂ ਨੇ, ਪਹਿਲੇ 7 ਸਾਲ
ਨੈਚੁਰਲ ਇੱਕ ਇਹੋ ਜਿਹਾ ਸਿਸਟਮ ਆ ਵੀ ਜ਼ਿਆਦਾ ਸਾਡੀ ਜਿਹੜੀ ਸ਼ਕਤੀ ਆ ਨਾ, ਉਹ ਸਾਡੀ ਫਿਜ਼ੀਕਲ ਬਾਡੀ ਦੀ ਗਰੋਥ ਵਿੱਚ ਲੱਗਦੀ ਹੈ। ਬਾਕੀ ਬਾਡੀਜ਼ ਦੀ ਗਰੋਥ 'ਚ ਨਹੀਂ ਜ਼ਿਆਦਾ ਲੱਗਦੀ। ਜ਼ਿਆਦਾ ਐਨਰਜੀ ਫਿਜ਼ੀਕਲ ਗਰੋਥ ਜਿਹੜੀ ਸਾਡੀ ਹੋ ਪਾਵੇ ਜਦੋਂ ਬੱਚਾ ਜਨਮ ਲੈਂਦਾ ਆ, ਤਾਂ ਸਾਰੀ ਸ਼ਕਤੀ ਉੱਥੇ ਜ਼ਿਆਦਾ ਕੰਮ ਕਰਦੀ ਹੈ। ਕਿੰਨਾ ਦੇਖੋ ਕੋਮਲ ਜਿਹਾ ਬੱਚਾ ਹੁੰਦਾ 7 ਸਾਲਾਂ ਦੇ ਵਿੱਚ, ਉਹਦੀ ਕਿੰਨਾ ਕੁਛ ਜਿਹੜਾ ਉਹਦੇ ਵਿੱਚ ਉਹਦੀ ਗਰੋਥ ਹੋ ਜਾਂਦੀ ਹੈ। ਇੱਥੇ ਜਿਹੜੀ ਸ਼ਕਤੀ ਲੱਗਦੀ ਹੈ। ਤੋ ਜਿਹੜਾ ਅਗਲੀ ਬਾਡੀ ਹੈਗੀ ਹੈ, ਉਹ ਹੈਗੀ ਇਮੋਸ਼ਨਲ ਬਾਡੀ। ਇਹਦੀ ਡਿਟੇਲ ਵਿੱਚ ਅਸੀਂ ਜਾਵਾਂਗੇ, ਪਹਿਲਾਂ ਅਸੀਂ ਮੋਟਾ-ਮੋਟਾ ਅਸੀਂ ਇਹਨੂੰ ਸਮਝੀਏ। ਦੂਸਰੀ ਹੈਗੀ ਇਮੋਸ਼ਨਲ ਬਾਡੀ। ਇਹ 7 ਤੋਂ 14 ਸਾਲ ਤੱਕ ਇਹਦੀ ਜ਼ਿਆਦਾ ਡਿਵੈਲਪਮੈਂਟ ਹੁੰਦੀ ਹੈ ਸਾਡੇ ਅੰਦਰ। ਇਮੋਸ਼ਨਸ ਦੀ ਜ਼ਿਆਦਾ ਡਿਵੈਲਪਮੈਂਟ ਹੁੰਦੀ ਹੈ ਬੰਦੇ ਦੀ ਬਾਡੀ ਦੇ ਅੰਦਰ। ਤਾਂ ਇਹ ਕਿੱਥੇ ਆ, ਇਹਨੂੰ ਸੇਕਰਲ ਚੱਕਰ ਵੀ ਕਹਿੰਦੇ ਨੇ, ਸਵਾਦਿਸ਼ਠਾਨ ਕਹਿੰਦੇ ਨੇ। ਇਹ ਹੈਗਾ ਆ ਬਿਲੋ ਦਾ ਨੇਵਲ, ਧੁੰਨੀ ਦੇ ਨੀਚੇ ਇਹ ਜਿਹੜਾ ਐਨਰਜੀ ਪੁਆਇੰਟ ਆ, ਸਾਡਾ ਸ਼ਕਤੀ ਦਾ ਇਹ ਕੇਂਦਰ ਆ। ਤੋ ਕਲਰਸ ਵੀ ਦੱਸੇ ਨੇ। ਇਹਦਾ ਕਲਰ ਔਰੰਜ ਆ, ਜਿਹੜਾ ਪਹਿਲਾਂ ਰੂਟ ਚੱਕਰਾ ਸੀਗਾ ਉਹਦਾ ਕਲਰ ਜਿਹੜਾ ਸੀ ਉਹ ਰੈੱਡ ਸੀਗਾ। ਤੋ ਹੁਣ ਆ ਗਈ ਤੀਸਰੀ ਬਾਡੀ ਜਾ ਕੇ ਐਸਟਰਲ ਬਾਡੀ। ਇਹਨੂੰ ਸੋਲਰ ਪਲੈਕਸਸ ਵੀ ਕਿਹਾ ਜਾਂਦਾ। ਸੋ ਇਹ 14 ਤੋਂ 21 ਸਾਲ ਤੱਕ ਇੱਥੇ ਜ਼ਿਆਦਾ ਸਾਡੀ ਇਸ ਬਾਡੀ ਦੀ ਜ਼ਿਆਦਾ ਗਰੋਥ ਹੁੰਦੀ ਹੈ। ਇਹਦਾ ਕਲਰ ਹੈਗਾ ਯੈਲੋ। ਅਗਲੀ ਸਾਡੀ ਬਾਡੀ ਹੈਗੀ ਆ ਮੈਂਟਲ ਬਾਡੀ। ਤਾਂ ਇਹਦਾ ਕਿੱਥੇ ਜ਼ਿਆਦਾ ਇਹਦਾ ਕਨੈਕਸ਼ਨ ਹੈਗਾ ਸਾਡੇ ਹਾਰਟ ਚੱਕਰ ਦੇ ਨਾਲ। ਇਹ ਹੈਗਾ ਸੈਂਟਰ ਆਫ ਦਾ ਚੈਸਟ। ਇਹਨੂੰ ਅਨਾਹਤ ਚੱਕਰ ਵੀ ਕਿਹਾ ਜਾਂਦਾ। ਸੋ 21 ਤੋਂ 28 ਸਾਲਾਂ ਤੱਕ ਜਿਹੜੀ ਉਮਰ ਦਾ ਸਾਡਾ ਪੀਰੀਅਡ ਹੁੰਦਾ, ਉਹਦੇ ਵਿੱਚ ਇਸ ਚੱਕਰ ਦੀ ਜ਼ਿਆਦਾ ਗਰੋਥ ਹੁੰਦੀ। ਇਹਦਾ ਕਲਰ ਹੈਗਾ ਰੈੱਡ। ਅਗਲਾ ਸਾਡਾ ਚੱਕਰ ਆ ਗਿਆ ਜਿਹੜਾ ਥਰੋਟ ਚੱਕਰ। ਇਹ ਹੈਗੀ ਸਪਿਰਿਚੁਅਲ ਬਾਡੀ। ਇਹਦਾ ਉੱਥੇ ਜ਼ਿਆਦਾ ਸਾਡੀ ਫਿਰ ਉਸ ਚੀਜ਼ ਦੀ ਗਰੋਥ ਹੁੰਦੀ। ਇਹ 28 ਤੋਂ 35 ਸਾਲ ਦੀ ਉਮਰ ਤੱਕ। ਸੋ 7-7 ਸਾਲਾਂ ਦੇ ਵਿੱਚ ਇੱਕ ਬਾਡੀ ਦੀ ਜ਼ਿਆਦਾ ਗਰੋਥ ਹੁੰਦੀ। ਇਹਦੇ ਵਿੱਚ 7 ਬਾਡੀਜ਼ ਨੇ, 7 ਚੱਕਰ ਨੇ। ਤਾਂ ਇਵੇਂ ਇਹਨਾਂ ਨੇ ਵਿਦਵਾਨਾਂ ਨੇ ਸਾਨੂੰ ਇਹਦਾ ਨੌਲੇਜ ਦਿੱਤੀ ਆ। ਇਹ ਹੈਗਾ ਆ ਜਿਹੜਾ ਥਰੋਟ ਚੱਕਰ ਹੈ, ਸੈਂਟਰ ਆਫ ਦਾ ਨੈਕ। ਇਹ ਗਲੇ ਦੇ ਵਿੱਚ ਆ, ਸਾਡੇ ਗਰਦਨ ਦੇ ਵਿੱਚ ਆ। ਇਹਦਾ ਕਲਰ ਹੈਗਾ ਲਾਈਟ ਬਲੂ। ਤੇ ਅਗਲਾ ਜਿਹੜਾ 6ਵਾਂ ਸਾਡੀ ਬਾਡੀ ਹੈਗੀ ਕਾਸਮਿਕ ਬਾਡੀ। ਇਹ 35 ਤੋਂ 42 ਸਾਲ ਦੀ ਉਮਰ ਵਿੱਚ ਇਹਦੀ ਜ਼ਿਆਦਾ ਗਰੋਥ ਨੈਚੁਰਲ ਜਿਹੜੀ ਹੁੰਦੀ। ਬਾਕੀ ਤਾਂ ਸਾਰੀਆਂ ਨਾਲ ਹੋਈ ਵੀ ਜਾਂਦੀਆਂ, ਪਰ ਇਹ ਜ਼ਿਆਦਾ ਇਸ ਟਾਈਮ ਹੁੰਦੀ ਆ। ਇਹ ਹੈਗਾ ਥਰਡ ਆਈ ਸਾਡਾ ਚੱਕਰਾ। ਇਹ ਹੈਗਾ ਸੈਂਟਰ ਆਫ ਦਾ ਫੋਰਹੈਡ। ਦੋਨੋਂ ਆਈਬਰੋਜ਼ ਦੇ ਵਿੱਚ ਐਨ ਵਿਚਕਾਰ ਜਿਹੜਾ ਜਗ੍ਹਾ ਆ, ਸੋ ਬਿਟਵੀਨ ਦਾ ਆਈਬਰੋਜ਼ ਤੇ ਸੈਂਟਰ ਆਫ ਦਾ ਹੈਡ। ਇਹ ਜਿਹੜਾ ਥਰਡ ਆਈ ਚੱਕਰ ਆ, ਇਹਨੂੰ ਆਗਿਆ ਚੱਕਰ ਵੀ ਕਹਿੰਦੇ ਆ। ਇਹਦਾ ਕਲਰ ਹੈਗਾ ਇੰਡੀਗੋ। ਇਹ ਤੋਂ ਅੱਗੇ ਜਿਹੜਾ ਹੈ ਉਹ 7 ਬਾਡੀ ਨੂੰ ਕੋਈ ਕਹਿੰਦੇ ਨਿਰਵਾਣ, ਜਿੱਥੇ ਬਾਡੀਲੈਸ ਵਾਲੀ ਸਟੇਟ ਆ। ਇਹ ਹੈਗਾ ਕਰਾਊਨ ਚੱਕਰਾ। ਸਰੀਰ ਵਿੱਚ ਤਾਂ ਇਹ ਚੱਕਰ ਹੈ, ਪਰ ਇੱਥੇ ਤੱਕ ਜਦੋਂ ਅਸੀਂ ਪਹੁੰਚਣਾ, ਉਹ ਤੋਂ ਬਾਅਦ ਅਗਲੀ ਅਵਸਥਾ ਜਿਹੜੀ ਉਹ ਸ਼ੁਰੂ ਹੋ ਜਾਣੀ। ਇਹਦਾ ਕਲਰ ਜਿਹੜਾ ਬੈਂਗਣੀ ਰੰਗ ਆ, ਵਾਇਲਟ ਕਲਰ ਆ। ਸੋ ਇਹ ਤਾਂ ਹੋ ਗਿਆ ਮੋਟਾ-ਮੋਟਾ ਇਹਦਾ ਅਸੀਂ ਸਮਝਿਆ ਜਿਹੜੇ ਐਨਰਜੀ ਪੁਆਇੰਟਸ ਨੇ ਸਾਡੇ ਕਿੱਥੇ-ਕਿੱਥੇ ਨੇ, ਔਰ ਕਿਹੜੀਆਂ-ਕਿਹੜੀਆਂ ਸਾਡੀਆਂ ਬਾਡੀਜ਼ ਦਾ ਇਹਦੇ ਨਾਲ ਕਨੈਕਸ਼ਨ ਆ। ਹੁਣ ਅਸੀਂ ਸਮਝਾਂਗੇ ਕਿ ਜਿਹੜਾ ਪਹਿਲਾ ਬੇਸ ਆਫ ਦਾ ਸਪਾਈਨ ਆ, ਇਹਦੇ ਬਾਰੇ ਜਿਨ੍ਹਾਂ ਨੇ ਖੋਜਾਂ ਕੀਤੀਆਂ ਨੇ ਉਹ ਕੀ ਦੱਸਦੇ ਨੇ। ਬੇਸ ਆਫ ਦਾ ਸਪਾਈਨ, ਰੀੜ ਦੀ ਹੱਡੀ ਦੇ ਵਿੱਚ ਜਿਹੜਾ ਸਾਡਾ ਰੂਟ ਚੱਕਰ ਆ, ਮੂਲਾਧਾਰ ਜਿਹਨੂੰ ਕਿਹਾ ਜਾਂਦਾ, ਜਿਹਦੀ ਕਿ 7 ਸਾਲਾਂ ਤੱਕ ਸਾਡੀ ਜ਼ਿਆਦਾ ਗਰੋਥ ਬਾਡੀ ਦੀ ਹੀ ਹੁੰਦੀ ਹੈ। ਸੋ ਕਹਿੰਦੇ 7 ਸਾਲ ਸਾਡੀ ਬਾਡੀ ਦੀ ਜ਼ਿਆਦਾ ਗਰੋਥ ਹੁੰਦੀ ਹੈ, ਔਰ ਐਨੀਮਲਸ ਵੀ ਜਿਹੜੇ ਉਹਨਾਂ ਦੀ ਵੀ ਜ਼ਿਆਦਾ ਬਾਡੀ ਦੀ ਹੀ ਗਰੋਥ ਹੁੰਦੀ ਹੈ। ਸੋ ਇੱਥੇ ਸਾਡਾ ਸਿਮਿਲਰ ਹੀ ਇੱਕ ਕਿਸਮ ਦਾ ਦੋਨਾਂ ਦੀ ਜਿਹੜੀ ਗਰੋਥ ਉਹ ਚੱਲ ਰਹੀ ਹੁੰਦੀ ਹੈ। ਅਗਰ ਇਹਨਾਂ 7 ਸਾਲਾਂ ਦੇ ਵਿੱਚ ਅਸੀਂ ਨਾਲ ਆਪਣੀ ਸਪਿਰਿਚੁਅਲ ਗਰੋਥ ਵੱਲ ਨਾ ਧਿਆਨ ਦਿੱਤਾ, ਤਾਂ ਫਿਰ ਸਾਡੇ ਔਰ ਪਸ਼ੂ ਵਿੱਚ ਕੋਈ ਵੀ ਫਰਕ ਨਹੀਂ ਰਹਿ ਜਾਣਾ। ਉਹ ਪਸ਼ੂ ਵੀ ਹੱਸਦਾ ਆ, ਮਤਲਬ ਸੌਂਦਾ ਆ, ਖਾਂਦਾ ਆ, ਖੇਡਦਾ ਆ। 7 ਸਾਲਾਂ ਤੱਕ ਬੱਚਾ ਵੀ ਸਾਡਾ ਮੋਸਟਲੀ ਇਵੇਂ ਹੀ ਕਰੀਦਾ ਨਾ, ਸੌ ਲਿਆ, ਖਾ ਲਿਆ, ਪੀ ਲਿਆ। ਪਰ ਨਾਲ ਅਗਰ ਸਪਿਰਿਚੁਅਲ ਗਰੋਥ ਵਿੱਚ ਨਾ ਧਿਆਨ ਦਿੱਤਾ, ਤਾਂ ਫਿਰ ਪਸ਼ੂ ਔਰ ਹਿਊਮਨ ਦੇ ਵਿੱਚ ਕੋਈ ਫਰਕ ਫਿਰ ਨਹੀਂ ਰਹੇਗਾ। ਤਾਂ ਨਾਲ ਸਪਿਰਿਚੁਅਲ ਗਰੋਥ ਜਿਹੜੀ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਜਿਹੜੇ ਆ ਕੋਈ ਛੋਟੀ-ਮੋਟੇ ਚੀਜ਼ਾਂ ਨਹੀਂ ਹੈਗੇ। ਅਸੀਂ ਸਾਰੇ ਜਾਣੇ ਬਾਡੀ ਨੂੰ ਅਗਰ ਛੱਡੀਏ ਅਸੀਂ ਆਪਣੇ ਲੈਵਲ ਤੇ ਜੋ ਅਸੀਂ ਹਾਂ ਸੱਚਾਈ ਦੇ ਵਿੱਚ, ਤਾਂ ਉਹ ਫਿਰ ਅਸੀਂ ਇੱਕ ਬਹੁਤ ਵੱਡਾ ਸਾਡਾ ਵਿਰਾਟ ਰੂਪ ਆ, ਜਾਂ ਕਹਿ ਲਓ ਅਸੀਂ ਸੱਚ ਦਾ ਹੀ ਰੂਪ ਆ। ਆਤਮਾ ਧਾਰਨ ਕਰਕੇ ਅਸੀਂ ਇਸ ਸਰੀਰ ਦੇ ਵਿੱਚ ਆਏ ਹਾਂ। ਸੋ ਆਪਣੇ ਅਸਲੀ ਨੂੰ ਜਾਣਨ ਦੇ ਲਈ, ਜਿਹਨੂੰ ਗੁਰੂ ਮਹਾਰਾਜ ਨੇ ਕਿਹਾ ਆਤਮ ਚੀਨ ਪ੍ਰਾਤਮ ਚੀਨੋ ਗੁਰਸੰਗਤ ਇਹ ਨਿਸਤਾਰਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਚਨ ਨੇ ਵੀ ਤੁਸੀਂ ਇਹ ਕੁਝ ਕਰਨਾ ਹੈ ਇਸ ਸੰਸਾਰ ਦੇ ਵਿੱਚ।
ਪਹਿਲਾਂ ਆਪਣੀ ਆਤਮਾ ਨੂੰ ਜਾਣੋ, ਫਿਰ ਪਰਮਾਤਮਾ ਨੂੰ ਜਾਣੋ। ਗੁਰੂ ਨੇ ਸੰਗਤ ਦੇ ਵਿੱਚ ਇਹ ਨਿਚੋੜ ਹੀ ਕੱਢ ਕੇ ਦੇ ਦਿੱਤਾ ਵੀ ਤੁਸੀਂ ਇਹ ਕੰਮ ਕਰੋ ਭਾਈ। ਸੋ ਪਸ਼ੂਆਂ ਦੀ ਵੀ ਇਸ ਤਰ੍ਹਾਂ ਹੀ ਗਰੋਥ ਹੁੰਦੀ ਆ, ਉਹ ਵੀ ਇਹੀ ਕਰਦੇ ਨੇ, ਖਾਂਦੇ ਨੇ, ਸੌਂਦੇ ਨੇ, ਖੇਡਦੇ ਨੇ, ਮਸਤੀਆਂ ਕਰਦੇ ਨੇ। ਸੋ ਅਸੀਂ ਵੀ ਅਗਰ 7 ਸਾਲ ਇਹੀ ਕਰਦੇ ਰਹੇ ਤਾਂ ਫਿਰ ਸਾਡੇ ਔਰ ਪਸ਼ੂ ਵਿੱਚ ਕੋਈ ਫਰਕ ਨਹੀਂ। ਇਹ ਨੈਚੁਰਲ ਸਾਡੀ ਗਰੋਥ ਤਾਂ ਹੋ ਹੀ ਰਹੀ ਹੈ, ਜਿਹੜੀ ਬਾਡੀ ਦੀ ਹੋ ਰਹੀ ਆ। ਅਸੀਂ ਖੇਡਣਾ ਵੀ ਆ, ਸੌਣਾ ਵੀ ਆ, ਖਾਣਾ ਵੀ ਆ, ਸਾਰਾ ਕੁਝ ਕਰਨਾ, ਪਰ ਨਾਲ ਸਪਿਰਿਚੁਅਲ ਗਰੋਥ ਵਿੱਚ ਵੀ ਧਿਆਨ ਦੇਣਾ ਹੈ। ਸੋ ਇਹ ਜਿਹੜਾ ਸਾਡਾ ਰੂਟ ਚੱਕਰ ਆ, ਇਹ ਕਿਹੜੀ ਪਾਵਰ ਲੈ ਕੇ ਬੈਠਾ ਆ, ਇਹ ਕਾਹਦੇ ਨਾਲ ਡੀਲ ਕਰਦਾ ਹੈ? ਸਾਡੀ ਜਿਹੜੀ ਇੱਥੇ ਸ਼ਕਤੀ ਆ, ਇਹ ਡੀਲ ਕਰਦਾ ਸਾਡੇ ਸਰਵਾਈਵਲ ਦੇ ਨਾਲ। ਸਾਨੂੰ ਜ਼ਿੰਦਗੀ ਜਿਉਣ ਦੇ ਲਈ ਜੋ ਚਾਹੀਦਾ ਇੱਥੇ ਉਹਦੇ ਕੋਲ ਸ਼ਕਤੀ ਪਈ ਹੈ ਇੱਥੇ। ਔਰ ਹੋਰ ਇੱਥੇ ਕੀ ਆ? ਸੇਫਟੀ ਹੈ, ਸਿਕਿਉਰਿਟੀ ਹੈ, ਸਟੇਬਿਲਿਟੀ ਹੈ, ਇੱਥੇ ਸ਼ਕਤੀ ਪਈ ਆ ਸਾਡੀ। ਸੋ ਅਗਰ ਤਾਂ ਇਹ ਬੈਲੈਂਸ ਦੇ ਵਿੱਚ ਆ, ਸਾਡੀ ਠੀਕ ਚੱਲ ਰਹੀ ਹੈ ਐਨਰਜੀ, ਬਿਲਕੁਲ ਸਹੀ ਚੱਲ ਰਹੀ ਹੈ, ਫਿਰ ਅਸੀਂ ਸੇਫ ਫੀਲ ਕਰਾਂਗੇ, ਸਿਕਿਉਰ ਫੀਲ ਕਰਾਂਗੇ, ਔਰ ਹੈਲਥੀ ਹੋਵਾਂਗੇ, ਤੰਦਰੁਸਤ ਹੋਵਾਂਗੇ, ਔਰ ਐਕਟਿਵ ਰਹਾਂਗੇ। ਸਾਡਾ ਕੈਰੀਅਰ ਵੀ ਬਣਦਾ ਹੈ, ਮਤਲਬ ਉਹ ਵੀ ਸ਼ਕਤੀ ਇੱਥੇ ਹੀ ਹੈ ਸਾਡੇ ਕੈਰੀਅਰ ਬਣਾਉਣ ਦੇ ਲਈ, ਸਾਡੇ ਸਰਵਾਈਵਲ ਦੇ ਲਈ, ਜ਼ਿੰਦਗੀ ਨੂੰ ਚਲਾਉਣ ਦੇ ਲਈ ਜੋ ਵੀ ਸਾਨੂੰ ਚਾਹੀਦਾ ਉਹ ਸ਼ਕਤੀ ਇੱਥੇ ਹੀ ਪਈ ਆ। ਇੱਥੋਂ ਹੀ ਉਹ ਸ਼ਕਤੀ ਅਸੀਂ ਇਸਤੇਮਾਲ ਕਰਦੇ ਹਾਂ, ਪੈਸਾ ਕਮਾਉਂਦੇ ਹਾਂ, ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ। ਸੋ ਫਿਜ਼ੀਕਲ ਫਿਟਨੈਸ ਦੀ ਵੀ ਸ਼ਕਤੀ ਇੱਥੇ ਹੀ ਪਈ ਆ, ਇਸੇ ਪੁਆਇੰਟ ਦੇ ਵਿੱਚ। ਔਰ ਅਗਰ ਅਸੀਂ ਇੰਬੈਲੈਂਸ ਹੋ ਜਾਂਦੀ ਅਗਰ ਇਹ ਸਾਡੀ ਸ਼ਕਤੀ ਜਿਹੜੀ ਆ, ਫਿਰ ਕੀ ਸਾਡਾ ਹੋਏਗਾ? ਫਿਰ ਇਨਸਿਕਿਉਰ ਫੀਲ ਕਰਾਂਗੇ, ਸੇਫ ਨਹੀਂ ਫੀਲ ਕਰਾਂਗੇ, ਡਰੇ ਰਵਾਂਗੇ, ਹਨਾ? ਕਿੰਨਾ ਸਾਨੂੰ ਫਿਰ ਡਰ ਵੀ ਆਏਗਾ ਮਨ ਦੇ ਵਿੱਚ। ਇਨਸਿਕਿਉਰਿਟੀ ਸਾਡੀ ਫਿਊਚਰ ਦੀ, ਸਾਡੇ ਰਿਲੇਸ਼ਨਸ ਦੀ, ਜਾਂ ਮੇਰਾ ਪੈਸਾ ਨਾ ਖੋਜ ਹੋ ਜਾਵੇ, ਜਾਂ ਮੇਰਾ ਸਟੇਟਸ ਦਾ ਕੀ ਬਣੇਗਾ। ਸਾਰਾ ਉਮਰ ਰਹਿੰਦੀ ਹੈ ਸ਼ਕਤੀ, ਇਹ ਨਹੀਂ ਕਿ 7 ਸਾਲ ਹੀ ਰਹਿੰਦੀ ਨੇ, ਇਹ ਸਾਰਾ ਜੀਵਨ ਇਹ ਸਾਡੇ ਵਿੱਚ ਸ਼ਕਤੀ ਇਹ ਕੰਮ ਕਰੀ ਜਾਂਦੀ ਹੈ। ਸੋ ਨਹੀਂ ਤਾਂ ਫਿਰ ਅਸੀਂ ਡਰੇ ਰਵਾਂਗੇ, ਇਨਸਿਕਿਉਰ ਰਵਾਂਗੇ। ਅਗਰ ਅਸੀਂ ਇਨਸਿਕਿਉਰ ਹਾਂ ਆਪਣੇ ਫਿਊਚਰ ਬਾਰੇ, ਤਾਂ ਬਹੁਤ ਫਿਕਰ ਕਰਦੇ ਹਾਂ, ਤਾਂ ਫਿਰ ਸਮਝ ਲਓ ਸਾਡਾ ਇੰਬੈਲੈਂਸ ਆ, ਸਾਡੇ ਇੱਥੇ ਦੀ ਜਿਹੜੀ ਸ਼ਕਤੀ ਆ, ਰੂਟ ਚੱਕਰਾਂ ਦੀ ਜਿਹੜੀ ਸ਼ਕਤੀ ਹੈ। ਸੋ ਫਿਰ ਇਹ ਹੋਰ ਸਾਡੀ ਬਾਡੀ ਦੇ ਉੱਤੇ ਕੀ ਅਸਰ ਪੈਂਦਾ ਇਹਦੇ ਨਾਲ? ਕਿਉਂਕਿ ਸਾਡੀਆਂ ਹੱਡੀਆਂ ਦਾ ਜਿਹੜਾ ਹੈ ਉਹ ਇਹਦੇ ਨਾਲ ਹੀ ਕਨੈਕਸ਼ਨ ਹੈ। ਹੱਡੀਆਂ ਦੀ ਔਰ ਮਸਲਸ ਦੀ ਜਿਹੜੀ ਮਜ਼ਬੂਤੀ ਇੱਥੋਂ ਹੀ ਸਾਨੂੰ, ਇਸੇ ਰੂਟ ਚੱਕਰ ਤੋਂ ਮਿਲਦੀ, ਇਸੇ ਕੇਂਦਰ ਤੋਂ ਸਾਨੂੰ ਮਿਲਦੀ ਹੈ। ਤਾਂ ਫਿਰ ਸਾਡੀਆਂ ਹੱਡੀਆਂ ਕਮਜ਼ੋਰ ਹੋਣਗੀਆਂ, ਸਾਨੂੰ ਆਰਥਰਾਈਟਿਸ ਦੀ ਬਿਮਾਰੀ ਲੱਗ ਸਕਦੀ ਹੈ ਅਗਰ ਇਹ ਸਾਡਾ ਇੰਬੈਲੈਂਸ ਆ, ਅਗਰ ਇਹ ਕਮਜ਼ੋਰ ਆ। ਸੋ ਇਸ ਕਰਕੇ ਸੰਗਤ ਜੀ, ਫਿਰ ਇਹ ਪਹਿਲਾ ਜਿਹੜਾ ਰੂਟ ਚੱਕਰ, ਇਹ ਸਾਡਾ ਜ਼ਿਆਦਾ ਜਿਹੜਾ ਫਿਜ਼ੀਕਲ ਬਾਡੀ ਦੇ ਨਾਲ ਇਹਦਾ ਜ਼ਿਆਦਾ ਕਨੈਕਸ਼ਨ ਹੈਗਾ ਆ। ਤਾਂ ਇਹ ਜੋ ਅਸੀਂ ਖਾਂਦੇ ਹਾਂ ਉਹਦਾ ਬਹੁਤ ਜ਼ਿਆਦਾ ਅਸਰ ਹੁੰਦਾ ਸਾਡੀ ਫਿਜ਼ੀਕਲ ਬਾਡੀ ਦੇ ਉੱਤੇ ਔਰ ਰੂਟ ਚੱਕਰਾਂ ਦੇ ਉੱਤੇ। ਤਾਂ ਇਸ ਕਰਕੇ ਆਪਣੀ ਡਾਈਟ ਦਾ ਵੀ ਅਸੀਂ ਧਿਆਨ ਰੱਖਣਾ, ਸਾਤਵਿਕ ਭੋਜਨ ਅਸੀਂ ਖਾਈਏ, ਔਰ ਨਾਲ ਸਾਡੀ ਫਿਜ਼ੀਕਲ ਗਰੋਥ ਤਾਂ ਹੋ ਰਹੀ ਹੈ, ਸਪਿਰਿਚੁਅਲ ਗਰੋਥ ਨੂੰ ਵੀ ਅਸੀਂ ਨਾਲ ਲੈ ਕੇ ਚੱਲੀਏ। ਸੋ ਸੰਗਤ, ਬੇਸ਼ੱਕ ਲੱਗਦਾ ਕਿ 7 ਸਾਲ ਦਾ ਛੋਟਾ ਬੱਚਾ ਆ, ਨਹੀਂ। ਸੋ ਜਿਹੜਾ ਅੰਦਰ ਰੂਹ ਕੌਨਸ਼ੀਅਸਨੈਸ ਤਾਂ ਹੈਗੀ ਹੈ, ਤਾਂ ਛੋਟੇ ਬੱਚੇ ਨੂੰ ਜਿਹੜਾ ਆ ਸੰਗਤ ਵੀ ਨਾਲ ਅਸੀਂ ਇਹ ਕਰਾਣੀ ਹੈ, ਇਹ ਬਹੁਤ ਬਹੁਤ ਜ਼ਰੂਰੀ ਹੈ। ਸੋ ਅਗਲਾ ਜਿਹੜਾ ਚੱਕਰ ਆ ਸਾਡਾ, ਉਹ ਹੈਗਾ ਆ ਰੂਟ ਤੋਂ ਉੱਪਰ ਆ ਗਿਆ ਹੁਣ ਸੇਕਰਲ ਚੱਕਰ। ਇਹਦੀ ਜਿਹੜੀ ਗਰੋਥ ਹੁੰਦੀ 7 ਤੋਂ 14 ਸਾਲ ਦੇ ਵਿੱਚ ਇਹਦੀ ਹੁੰਦੀ ਹੈ, ਇਹਦੀ ਜਿਹੜੀ ਗਰੋਥ ਹੁੰਦੀ ਹੈ। ਸੋ ਇੱਥੇ ਇਹ ਸਾਡਾ ਚੱਕਰ ਜਿਹੜਾ ਆ, ਇਹ એનર્ਜੀ ਜਿਹੜੀ ਕੀ ਕਰਦੀ ਹੈ, ਇਹਦੇ ਕੋਲ ਕਿਹੜੀ ਪਾਵਰ ਆ? ਇਹਦੇ ਕੋਲ ਹੈਗਾ ਕ੍ਰੀਏਟਿਵਿਟੀ ਦੀ ਪਾਵਰ ਆ ਇਸ ਚੱਕਰ ਦੇ ਕੋਲ, ਔਰ ਸੈਕਸੁਅਲ એનર્ਜੀਜ਼ ਦੀ ਸ਼ਕਤੀ ਵੀ ਇਹਦੇ ਕੋਲ ਹੀ ਹੈ। ਔਰ ਇਹ ਜਿਹੜਾ ਆ ਸੈਂਸਿਸ ਇੱਥੇ ਸਾਡੀਆਂ ਜਿਹੜੀਆਂ ਉਹ ਪਲੇਜ਼ਰ ਲੱਭਦੀਆਂ ਆ। ਇਹਦੀ ਗਰੋਥ 7 ਤੋਂ 14 ਸਾਲਾਂ ਤੱਕ ਸਾਡਾ ਇਹ ਐਕਚੁਅਲੀ ਹੈਗਾ ਇਮੋਸ਼ਨਲ ਬਾਡੀ ਹੈ, ਸਾਡੇ ਇਮੋਸ਼ਨਸ ਜਾਗਦੇ ਨੇ ਇਹਦੇ ਵਿੱਚ 7 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਦੇ ਵਿੱਚ। ਔਰ ਇੱਥੇ ਬਹੁਤ ਸਾਵਧਾਨ ਰਹਿਣਾ ਜ਼ਰੂਰੀ ਹੈ, ਕਿਉਂਕਿ ਜਿਹੜੇ ਜਾਨਵਰ ਨੇ ਉਹ ਆਪਣੇ ਇਮੋਸ਼ਨਸ ਨੂੰ ਜਿਹੜਾ ਹੈ ਉਹ ਬੈਲੈਂਸ ਨਹੀਂ ਕਰ ਪਾਉਂਦੇ, ਉਹਨਾਂ ਨੇ ਹਿੰਸਾ ਹੀ ਕਰਨੀ ਆ, ਉਹਨਾਂ ਨੇ ਟੱਕਰਾਂ ਹੀ ਮਾਰਨੀਆਂ ਆ, ਉਹਨਾਂ ਨੂੰ ਨਹੀਂ ਪਤਾ ਨੁਕਸਾਨ ਕੀ ਹੋ ਰਿਹਾ ਕੀ ਨਹੀਂ, ਹੈ ਨਾ। ਤੇ ਲੇਕਿਨ ਜਿਹੜੇ ਅਸੀਂ ਹਿਊਮਨਸ ਆ, ਅਸੀਂ ਕੀ ਕਰਨਾ ਹੈ, ਇੱਥੇ ਆਪਣੇ ਇਮੋਸ਼ਨਸ ਨੂੰ ਜਿਹੜਾ ਆ ਇੱਕ ਲਾਈਨ ਦੇਣੀ ਆ, ਉਹਨੂੰ ਸੁਧਾਰਨਾ ਆ ਸੰਗਤ ਵਿੱਚ ਜਾ ਕੇ, ਗੁਰੂ ਦੀ ਮੱਤ ਲੈ ਕੇ। ਕਿਉਂਕਿ ਜਾਨਵਰ ਦਾ ਸਾਡਾ ਸੁਭਾਅ ਆ, ਜਨਮਾਂ ਤੋਂ ਸਾਡੇ ਵਿੱਚ ਉਹ ਵੀ ਚੱਲੇ ਆ ਰਿਹਾ, ਹਿੰਸਾ ਉਹ ਵੀ ਸਾਡੇ ਅੰਦਰ ਆ।
ਤੋ ਹਿੰਸਾ ਜਿਹੜੀ ਆ ਨੁਕਸਾਨ ਕਰਦੀ ਹੈ। ਲੇਕਿਨ ਇਹ ਸਾਰੇ ਜਿਹੜੇ ਸਾਡੇ ਸੁਭਾਅ ਨੇ ਸ਼ਕਤੀਆਂ ਵੀ ਨੇ, ਇਹਨੂੰ ਸਿਰਫ ਨੈਗੇਟਿਵ ਅਪਰੋਚ ਨਹੀਂ ਲੈਣਾ, ਇਹ ਸ਼ਕਤੀਆਂ ਵੀ ਨੇ। ਸੋ ਜੇ ਅਗਰ ਸਾਡੇ ਵਿੱਚ ਹਿੰਸਾ ਵਾਲੀ ਇਹ ਸ਼ਕਤੀ ਹੈਗੀ, ਕੋਈ ਸਾਡੇ ਤੇ ਹਿੰਸਾ ਕਰੇਗਾ ਤਾਂ ਸਾਡੇ ਕੋਲ ਬਚਾਅ ਦੇ ਲਈ ਉਹ ਸ਼ਕਤੀ ਹੈਗੀ ਹੈ, ਅਸੀਂ ਆਪਣੇ ਆਪ ਨੂੰ ਸੇਫ ਕਰ ਸਕਦੇ ਹਾਂ। ਇਹ ਥੋੜੀ ਫਿਰ ਬੈਠੇ ਖਾਈ ਜਾਵਾਂਗੇ, ਕੋਈ ਸਾਨੂੰ ਮਾਰੀ ਜਾਵੇ, ਸਾਡੇ ਤੇ ਅਟੈਕ ਕਰੀ ਜਾਵੇ, ਫਿਰ ਨਹੀਂ, ਅਸੀਂ ਆਪਣੀ ਪ੍ਰੋਟੈਕਸ਼ਨ ਕਰ ਸਕਦੇ ਹਾਂ। ਸੋ ਇਹ ਸ਼ਕਤੀਆਂ ਨੂੰ ਨੈਗੇਟਿਵਿਟੀ 'ਚ ਨਹੀਂ ਲੈਣਾ। ਹਾਂ, ਜਦੋਂ ਅਸੀਂ ਉਹਦਾ ਮਿਸਯੂਜ਼ ਕਰਦੇ ਹਾਂ, ਫਿਰ ਉਹ ਜਿਹੜਾ ਉਹ ਸਾਡਾ ਨੈਗੇਟਿਵ ਇਮੋਸ਼ਨ ਹੋ ਜਾਂਦਾ ਹੈ। ਸੋ ਇਹਦੇ ਵਿੱਚ ਸਾਡੇ ਸਾਰੇ ਇਮੋਸ਼ਨਸ ਆ ਜਾਂਦੇ ਨੇ, ਜਿੰਨੇ ਵੀ ਨੇ, ਨੈਗੇਟਿਵ ਵੀ ਔਰ ਪੋਜ਼ਿਟਿਵ ਵੀ। ਬਸ ਉਹਦੇ ਵਿੱਚ ਸਾਨੂੰ ਡੀਲ ਕਰਨਾ ਆਉਣਾ ਚਾਹੀਦਾ ਹੈ। ਸਾਰੀ ਨੈਗੇਟਿਵਿਟੀ ਨੂੰ ਅਸੀਂ ਪੋਜ਼ਿਟਿਵਿਟੀ ਦੇ ਵਿੱਚ ਬਦਲਣਾ ਹੈ ਨਾ। ਅਗਰ ਸਾਨੂੰ ਕਦੀ ਡਰ ਲੱਗਿਆ, ਇਹਨੂੰ ਨੈਗੇਟਿਵਿਟੀ 'ਚ ਨਹੀਂ ਲੈਣਾ, ਕਿਉਂਕਿ ਡਰ ਵੀ ਸਾਨੂੰ ਸੇਫ ਕਰ ਦਿੰਦਾ ਹੈ। ਸਾਨੂੰ ਡਰ ਲੱਗਿਆ ਭਾਈ ਸਾਡੀ ਛੱਤ ਨਾ ਡਿੱਗ ਜਾਵੇ, ਹੈ ਨਾ, ਕਮਜ਼ੋਰ ਆ, ਫਿਰ ਅਸੀਂ ਕੀ ਕਰਾਂਗੇ, ਇਹਨੂੰ ਠੀਕ ਕਰਨ ਲੱਗ ਜਾਵਾਂਗੇ। ਸੋ ਇਹ ਜਿਹੜੇ ਇਮੋਸ਼ਨਸ ਨੇ, ਇਹ ਸਾਡੇ ਲਈ ਪਰਮਾਤਮਾ ਨੇ ਬਣਾਏ ਨੇ, ਪਰ ਜਿਹੜਾ ਫਿਰ ਉਹ ਕਰਨਾ ਕੁਛ ਨਹੀਂ ਤੇ ਡਰੀ ਜਾਣਾ, ਉਹ ਸਾਨੂੰ ਜਿਹੜਾ ਨੁਕਸਾਨ ਕਰੀ ਜਾਂਦਾ। ਅਨਵਾਂਟਡ ਫੀਅਰਸ ਵੀ ਅਸੀਂ ਜਿਹੜੇ ਹੈ ਹੀ ਨਹੀਂ ਆ, ਉਹ ਵੀ ਬਿਨਾਂ ਕਾਰਨ ਅਸੀਂ ਬਣਾ ਲੈਂਦੇ ਹਾਂ। ਇਹਦੇ ਲਈ ਫਿਰ ਜ਼ਰੂਰੀ ਹੈ ਗੁਰਬਾਣੀ ਦਾ ਓਟ ਆਸਰਾ ਲਿਆ ਜਾਵੇ, ਪਰਮਾਤਮਾ ਨੂੰ ਆਪਣੇ ਅੰਗ ਸੰਗ, ਜਿਵੇਂ ਗੁਰੂ ਮਹਾਰਾਜ ਨੇ ਕਿਹਾ ਵੀ ਉਹ ਤਾਂ ਤੇਰੇ ਨਾਲ ਹੀ ਹੈ ਪਰਮਾਤਮਾ, ਫਿਰ ਗੁਰੂ ਦੀ ਮੱਤ ਲੈ ਕੇ ਉਹਨੂੰ ਜ਼ਰੂਰੀ ਆ ਹੁਣ ਅਭਿਆਸ ਕੀਤਾ ਜਾਵੇ ਬਾਣੀ ਦਾ, ਸੰਗਤ, ਕੀਰਤਨ, ਨਾਮ ਜਪ, ਮੂਲ ਮੰਤਰ ਦਾ ਪਾਠ ਕਰੀਏ, ਵਾਹਿਗੁਰੂ ਗੁਰਮੰਤਰ ਦਾ ਜਾਪ ਜਪੀਏ ਅਸੀਂ, ਕਿਉਂਕਿ ਮੂਲ ਮੰਤਰ ਤਾਂ ਹੈ ਹੀ ਨਿਰਭਉ ਤੇ ਨਿਰਵੈਰ ਆ, ਉਹ ਤਾਂ ਸਾਨੂੰ ਨਿਰਭਉ ਤੇ ਨਿਰਵੈਰ ਕਰਦਾ। ਹੁਣ ਨਿਰਵੈਰ ਥੋੜੀ ਕਿਸੇ ਤੇ ਹਿੰਸਾ ਕਰੇਗਾ, ਉਹ ਨਹੀਂ ਕਰੇਗਾ, ਉਹ ਥੋੜੀ ਕਿਸੇ ਦਾ ਨੁਕਸਾਨ ਕਰੇਗਾ, ਕਿਸੇ ਬਾਰੇ ਬੁਰਾ ਸੋਚੇਗਾ, ਨਹੀਂ, ਉਹ ਨਹੀਂ ਕਰੇਗਾ। ਤੋ ਨਿਰਭਉ ਵੀ ਹੋ ਜਾਏਗਾ ਤੇ ਨਿਰਵੈਰ ਵੀ। ਜਦੋਂ ਇਹਨਾਂ ਦਾ ਅਸੀਂ ਜਾਪ ਜਪਦੇ ਹਾਂ, ਬਾਣੀ ਦਾ ਓਟ ਆਸਰਾ ਲੈਂਦੇ ਹਾਂ, ਨਿਰਭਉ ਜਪੈ ਸਗਲ ਭਉ ਮਿਟੇ, ਜਿਹੜਾ ਨਿਰਭਉ ਨੂੰ ਜਪਦਾ ਉਹਦੇ ਸਾਰੇ ਡਰ ਦੂਰ ਹੋ ਜਾਂਦੇ ਨੇ। ਗੁਰੂ ਮਹਾਰਾਜ ਕਹਿੰਦੇ ਨੇ ਉਹ ਅਬਿਨਾਸੀ ਰਹਾ, ਉਹ ਜਿਹੜਾ ਪਰਮਾਤਮਾ ਆ, ਤਾਂ ਨਿਰਭਉ ਸੰਗ ਤੁਮਾਰੇ ਵਾਸਤੇ ਡਰਨ ਕਹਾਂ ਤੇ ਆਇਆ। ਉਹ ਨਿਰਭਉ ਪਰਮਾਤਮਾ ਅਬਿਨਾਸੀ ਜਿਹੜਾ ਹਮੇਸ਼ਾ ਹੀ ਤੇਰੇ ਨਾਲ ਵਸਦਾ ਆ, ਤੈਨੂੰ ਡਰ ਕਿੱਥੋਂ ਆ ਗਿਆ? ਮਤਲਬ ਇੰਨਾ ਮਹਾਰਾਜ ਜੀ ਸਾਨੂੰ ਨਿਰਭਉ ਕਰਦੇ ਨੇ, ਤੂੰ ਡਰਨਾ ਛੱਡ। ਗੁਰੂ ਮਹਾਰਾਜ ਤਾਂ ਬਾਣੀ ਵਿੱਚ ਸਾਨੂੰ ਕਹਿੰਦੇ ਨੇ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਨਾ ਤੂੰ ਕਿਸੇ ਨੂੰ ਆਪਣਾ ਡਰ ਦੇ ਔਰ ਨਾ ਹੀ ਕਿਸੇ ਤੋਂ ਡਰ, ਇਸ ਦਾ ਡਰ ਵੀ ਨਹੀਂ ਮੰਨਣਾ। ਇਹ ਉਦੋਂ ਹੋਏਗਾ ਜਦੋਂ ਅਸੀਂ ਬਾਡੀ ਲੈਵਲ ਤੋਂ ਆਪਣੇ ਸੂਖਸ਼ਮ ਅੰਦਰ ਅਸੀਂ ਜਾਈ ਜਾਵਾਂਗੇ, ਕਨੈਕਸ਼ਨ ਸਾਡਾ ਜੁੜੀ ਜਾਵੇਗਾ ਪਰਮਾਤਮਾ ਦੇ ਨਾਲ, ਆਪਣੇ ਸਤਿਗੁਰੂ ਜੀ ਦੇ ਨਾਲ। ਸ੍ਰੀ ਸਾਹਿਬ ਜੀ ਜਿਹਨੂੰ ਬਾਣੀ ਵਿੱਚ ਕਿਹਾ, ਤੇ ਸ੍ਰੀ ਗੁਰੂ ਸ਼੍ਰੋਮਣੀ ਸਾਹਿਬ ਸਾਡੇ ਸਤਿਗੁਰੂ ਜੀ, ਜਦੋਂ ਉਹਨਾਂ ਨਾਲ ਕਨੈਕਸ਼ਨ ਜੁੜ ਗਿਆ, ਫਿਰ ਇੱਕ ਭਰੋਸਾ ਵੀ ਵੱਜੀ ਜਾਂਦਾ ਨਾ ਅੰਦਰ, ਤੇ ਮੇਰਾ ਗੁਰੂ ਹੈ ਮੇਰੇ ਅੰਗ ਸੰਗ। ਸੋ ਇਹ ਦੇਖੋ ਸੰਗਤ ਸਾਨੂੰ ਕਿੰਨੀ ਸ਼ਕਤੀ ਦਿੰਦੀ, ਗੁਰੂ ਦੀ ਬਾਣੀ ਸਾਨੂੰ ਕਿੰਨੀ ਪਾਵਰ ਦਿੰਦੀ ਹੈ, ਸਾਨੂੰ ਨਿਰਭਉ ਕਰਕੇ ਰੱਖ ਦਿੰਦੀ, ਸਾਡੀਆਂ ਮੈਲਾਂ ਸਾਫ਼ ਕਰਕੇ ਰੱਖ ਦਿੰਦੀ, ਸਾਡੀਆਂ ਜਿਹੜਾ ਅੰਦਰ ਹੁੰਦਾ ਵੀ ਅਸੀਂ ਵੀ ਕਿਸੇ ਦਾ ਨੁਕਸਾਨ ਕਰੀਏ, ਇੱਦਾਂ ਦੀਆਂ ਮੈਲਾਂ ਕੱਢ ਕੇ ਤਾਂ ਸਾਨੂੰ ਕਿੰਨਾ ਸੁੰਦਰ ਇਹ ਜਿਹੜੀ ਹੈ ਇਹ ਬਣਾਉਂਦੀ ਹੈ। ਇਹ ਸਿਧਾਂਤ ਕਹਿੰਦਾ ਹੈ ਵੀ ਅਗਰ ਤੁਹਾਡੇ ਵਿੱਚ ਕ੍ਰੋਧ ਆ, ਫਿਰ ਉਹਦੇ ਤੁਸੀਂ ਟਰਾਂਸਫੋਰਮੇਸ਼ਨ ਕਰਨੀ, ਕ੍ਰੋਧ ਨੂੰ ਦਬਾਉਣਾ ਨਹੀਂ। ਇਹ ਇਮੋਸ਼ਨਸ ਨੂੰ, ਕਿਸੇ ਇਮੋਸ਼ਨ ਨੂੰ ਦਬਾਉਣਾ ਨਹੀਂ, ਇਮੋਸ਼ਨਸ ਨੂੰ ਸਮਝਣਾ ਹੈ, ਫਿਰ ਦੇਖਣਾ ਵੀ ਕ੍ਰੋਧ ਮੈਨੂੰ ਨੁਕਸਾਨ ਕਰ ਰਿਹਾ, ਇਮੋਸ਼ਨ ਤਾਂ ਹੈ ਮੇਰੇ ਵਿੱਚ। ਬਾਣੀ ਹੁਣ ਅਸੀਂ ਪੜ੍ਹੀ, ਸੰਗਤ ਅਸੀਂ ਕੀਤੀ, ਕਾਮ ਕ੍ਰੋਧ ਕਾਇਆ ਕੋ ਗਾਲੇ, ਇਹ ਤਾਂ ਕਾਮ ਤੇ ਕ੍ਰੋਧ, ਇਹ ਤਾਂ ਜਿਹੜੀ ਸਾਡੀ ਕਾਇਆ ਨੂੰ ਗਾਲਦੇ ਨੇ। ਕਿਉਂਕਿ ਇਹ ਜਿਹੜਾ ਸੇਕਰਲ ਚੱਕਰ ਆ ਨਾ, ਇਹਦੇ ਵਿੱਚ ਜਦੋਂ 13 ਤੋਂ 14 ਸਾਲ ਦੀ ਉਮਰ ਆਉਂਦੀ ਆ, ਤਾਂ ਸਾਡੀ ਜਿਹੜੀਆਂ ਆ ਸੈਕਸ ਦੀਆਂ ਪ੍ਰਵਿਰਤੀਆਂ ਵੀ ਜਾਗਦੀਆਂ, ਨੈਚੁਰਲ ਆ, ਪਰਮਾਤਮਾ ਨੇ, ਕੁਦਰਤ ਨੇ ਸਿਸਟਮ ਬਣਾਇਆ ਹੋਇਆ, ਉਹ ਐਕਸਟ੍ਰੀਮ ਦੇ ਵਿੱਚ ਉਦੋਂ ਇਹ ਜਿਹੜਾ ਉਹ ਜਾਗਣੀਆਂ ਨੇ ਅੰਦਰ, ਪਰਮਾਤਮਾ ਦਾ ਸਿਸਟਮ ਹੈ। ਹੁਣ ਇਹਨੂੰ ਬੈਲੈਂਸ ਕਰਨਾ ਬਹੁਤ ਜ਼ਰੂਰੀ ਹੈ। ਇੱਕ ਤਾਂ ਹੁੰਦਾ ਭੋਗ ਕਰੀ ਜਾਓ, ਇੱਕ ਹੁੰਦਾ ਇਹਦਾ ਬੈਲੈਂਸ। ਸੋ ਇਹ ਵੀ ਜਿਹੜੀ ਕਾਮ ਸ਼ਕਤੀ ਵੀ ਹੈ, ਇਹ ਇੱਕ ਸ਼ਕਤੀ ਹੈ, ਇਹਦੇ ਨਾਲ ਦੇਖੋ ਇੱਕ ਨਵੇਂ ਸਰੀਰ ਨੂੰ ਜਨਮ ਦਿੱਤਾ ਜਾਂਦਾ ਅਗਰ ਇਹਦਾ ਸਦਉਪਯੋਗ ਆ। ਅਗਰ ਇਹਨੂੰ ਭੋਗ ਵਿੱਚ ਜੀ ਜਾਂਦੇ ਆ ਤਾਂ ਫਿਰ ਸਾਡਾ ਨੁਕਸਾਨ ਹੀ ਨੁਕਸਾਨ ਹੈ। ਉਹਦੇ ਗੁਰਬਾਣੀ ਵਿੱਚ ਸਾਨੂੰ ਅਲਰਟ ਕਰ ਦਿੱਤਾ, ਕਹਿੰਦੇ ਹੇ ਕਾਮਮ ਨਰਕ ਬਿਸਰਾਮ ਨੇ ਬਹੁਤ ਜੋਨੀ ਭਰਮਾਵਣੇ। ਅਗਰ ਭੋਗੀ ਜਾਂਦੇ ਆ, ਫਿਰ ਗੁਰੂ ਮਹਾਰਾਜ ਨੇ ਕਿਹਾ, ਕਾਮ ਨੂੰ ਕਿਹਾ ਵੀ ਤੂੰ ਤਾਂ ਨਰਕਾਂ 'ਚ ਲੈ ਜਾਂਦਾ ਬੰਦੇ ਨੂੰ, ਇਹ ਜਨਮ ਦੇ ਗੇੜ 'ਚੋਂ ਫਿਰ ਨਿਕਲਦਾ ਨਹੀਂ, ਜੰਮਣ ਮਰਨ ਦੇ ਵਿੱਚੋਂ। ਸੋ ਅਲਰਟ ਵੀ ਕਰਕੇ ਰੱਖ ਦਿੱਤਾ।
तो ਇਹਦੇ ਨਾਲ ਇੱਕ ਦੂਸਰੇ ਸਰੀਰ ਦੀ ਵੀ ਉਤਪਤੀ ਹੁੰਦੀ ਆ, ਇਹ ਸ਼ਕਤੀ ਆ ਸਾਡੇ ਕੋਲ। ਪਰ ਇਸ ਹੁਣ ਵਿਦਵਾਨ ਕਹਿੰਦੇ ਨੇ, ਧਾਰਮਿਕ ਲੋਕ ਕਹਿੰਦੇ ਨੇ ਕਿ ਜਦੋਂ ਤੱਕ ਤੁਸੀਂ ਕਾਮ ਵਾਸਨਾ ਤੋਂ ਪਾਰ ਨਹੀਂ ਜਾਂਦੇ, ਦਬਾਣਾ ਨਹੀਂ, ਉਹਨੂੰ ਸਮਝ ਕੇ ਕਾਮ ਵਾਸਨਾ ਤੋਂ ਜਦ ਤੱਕ ਰਾਮ ਵੱਲ ਨੂੰ ਤੁਹਾਡਾ, ਇੱਕ ਤਾਂ ਵਾਸਨਾ ਹੈ ਕਿ ਸਰੀਰ ਭੋਗਾਂ, ਇਹ ਹੈ ਕਾਮ ਵਾਸਨਾ। ਇੱਕ ਵਾਸਨਾ ਹੈ ਕਿ ਹੁਣ ਮੈਂ ਰਾਮ ਦਾ ਰਸ ਪੀਵਾਂ। ਅਗਰ ਉਸ ਕਾਮਨਾ ਵਿੱਚ ਆਪਣੇ ਆਪ ਨੂੰ ਨਹੀਂ ਬਦਲਦੇ ਤਾਂ ਤੁਸੀਂ ਜਿਹੜਾ ਹੈ ਫਿਰ ਨੀਚੇ ਵਾਲੇ ਤਲ ਤੇ ਹੀ ਫਿਰ ਰਹੇ ਹੋ, ਸਿਰਫ ਭੋਗ ਭੋਗ ਰਹੇ ਹੋ, ਪਸ਼ੂਆਂ ਦੀ ਤਰ੍ਹਾਂ ਹੀ ਹੋ। ਪਸ਼ੂ ਵੀ ਭੋਗ ਭੋਗਦੇ ਨੇ, ਫਿਰ ਤੁਸੀਂ ਵੀ ਭੋਗ ਭੋਗਦੇ ਹੋ। ਸੋ ਜ਼ਰੂਰੀ ਹੈ ਇਹਨੂੰ ਦਬਾਣਾ ਨਹੀਂ ਆ, ਇਹਦੀ ਟਰਾਂਸਫੋਰਮੇਸ਼ਨ ਕਰਨੀ ਆ, ਇਹਨੂੰ ਸਮਝ ਕੇ ਵੀ ਇਹਦਾ ਨੁਕਸਾਨ ਹੀ ਆ, ਮੈਨੂੰ ਕੋਈ ਫਾਇਦਾ ਨਹੀਂ ਹੈਗਾ। ਸੋ ਅਗਰ ਰਾਮ ਦੇ ਨਾਲ ਮੇਰਾ ਕਨੈਕਸ਼ਨ ਜੁੜ ਜਾਵੇ, ਫਿਰ ਆਪਣੇ ਆਪ ਹੀ ਇਹ ਵਾਸਨਾ ਜਿਹੜੀ ਹੈ ਇਹ ਘਟੀ ਜਾਂਦੀ ਹੈ, ਤੇ ਰਾਮ ਦੇ ਨਾਲ ਕਨੈਕਸ਼ਨ ਜਦੋਂ ਵਧੀ ਜਾਂਦਾ, ਉਹ ਰਸ ਆਈ ਜਾਂਦੇ ਨੇ। ਦੁਨੀਆ ਦੇ ਰਸਾਂ ਦਾ ਫਿਰ ਕੋਈ ਭੋਗ ਭੋਗਣ ਨੂੰ ਮਨ ਹੀ ਨਹੀਂ ਕਰਦਾ। ਸੋ ਕਿੰਨਾ ਫਿਰ ਨਾਮ ਜਪੀਏ, ਕਿੰਨੀ ਸੰਗਤ ਕਰੀਏ, ਕਿੰਨਾ ਬਾਣੀ ਪੜ੍ਹੀਏ, ਕਿੰਨਾ ਅਸੀਂ ਕਥਾ ਕੀਰਤਨ ਵਿਚਾਰਾਂ ਦੇ ਨਾਲ ਆਪਣੇ ਮਨ ਨੂੰ ਅਸੀਂ ਸਮਝਾਉਂਦੇ ਜਾਈਏ, ਸਮਝਾਉਂਦੇ ਜਾਈਏ। ਕਿਉਂਕਿ ਇਹ ਤਾਂ ਇਹੋ ਜਿਹਾ ਇਹ ਸੈਕੰਡ ਜਿਹੜਾ ਆਪਣਾ ਹੈਗਾ ਚੱਕਰ ਆ, ਇਹ ਕੀ ਕਰਦਾ, ਇਹ ਤੁਹਾਨੂੰ ਕ੍ਰੇਵਿੰਗ, ਅਗਰ ਇੰਬੈਲੈਂਸ ਆ, ਕ੍ਰੇਵਿੰਗ ਹੋਏਗੀ ਕਾਮ ਵਾਸਨਾ ਦੀ ਵੀ, ਦੀ ਨਸ਼ਿਆਂ ਦੀ ਵੀ, ਹੈ ਨਾ, ਜਾਂ ਖਾਣ ਦੀ ਹੋਈ ਜਾਏਗੀ, ਮਿੱਠਾ ਹੀ ਖਾ ਲਵਾਂ, ਜ਼ਿਆਦਾ ਤਲਿਆ ਹੀ ਖਾ ਲਵਾਂ, ਭੋਗ ਭੋਗਣ ਦੀ ਕ੍ਰੇਵਿੰਗ ਹੋਣ ਲੱਗ ਜਾਏਗੀ, ਅਗਰ ਇਹ ਇੰਬੈਲੈਂਸ ਆ। ਅਗਰ ਇਹ ਬੈਲੈਂਸ ਦੇ ਵਿੱਚ ਆ ਤਾਂ ਖਾਵਾਂਗੇ ਜਿੰਨੀ ਬਾਡੀ ਨੂੰ ਜ਼ਰੂਰਤ ਆ। ਫਿਰ ਇਹ ਨਹੀਂ ਫਿਰ ਮਤਲਬ ਸਰੀਰ ਨੂੰ ਤੰਗ ਕਰੀ ਜਾਵਾਂਗੇ ਜਾਂ ਇਹਨੂੰ ਗਲਤ ਚੀਜ਼ਾਂ ਦੇਈ ਜਾਵਾਂਗੇ, ਨਹੀਂ। ਫਿਰ ਉਹੀ ਖਾਵਾਂਗੇ ਜਿਹੜਾ ਸਾਡੇ ਮਨ ਨੂੰ ਵੀ ਜਿਹਦੇ ਨਾਲ ਸ਼ਾਂਤੀ ਮਿਲੇ। ਭੋਜਨ ਉੱਦਾਂ ਦਾ ਸਾਤਵਿਕ ਅਸੀਂ ਭੋਜਨ ਖਾਵਾਂਗੇ ਜਿਹੜਾ ਬਾਡੀ ਐਂਡ ਮਾਈਂਡ ਦੋਨਾਂ ਨੂੰ ਤੰਦਰੁਸਤ ਰੱਖਣ ਦੇ ਲਈ ਹੋਵੇ। ਫਿਰ ਨਸ਼ੇ ਨਹੀਂ, ਫਿਰ ਉਹ ਜਿਹੜਾ ਖੁਮਾਰੀ ਜਿਹੜੀ ਹੈ, ਫਿਰ ਉਹ ਸੱਚ ਦੀ ਵੱਲ ਨੂੰ ਅਸੀਂ ਚੱਲਾਂਗੇ ਤੇ ਨਾਮ ਦਾ ਨਸ਼ੇ ਵੱਲ ਨੂੰ ਲੱਗਾਂਗੇ। ਇਹਨਾਂ ਫਿਰ ਸਾਰੇ ਵਿਕਾਰ, ਇਹ ਨਸ਼ਿਆਂ ਵੱਲੋਂ ਸਾਡਾ ਧਿਆਨ ਜਿਹੜਾ ਹਟੀ ਜਾਏਗਾ। ਸੋ ਇਹ ਸਾਡਾ ਜਿਹੜੀਆਂ ਆ ਬਾਡੀ ਦੇ ਕਿਹੜੇ ਆਰਗਨਸ ਦੇ ਉੱਤੇ ਇਹਦਾ ਜਿਹੜਾ ਸੈਕੰਡ ਚੱਕਰ ਸਾਡਾ ਜਿਹੜਾ ਕੰਮ ਕਰਦਾ ਆ, ਇੱਕ ਤਾਂ ਹੈਗਾ ਸੈਕਸੁਅਲ ਆਰਗਨਸ ਦੇ ਉੱਤੇ ਕੰਮ ਕਰਦਾ, ਦੂਸਰਾ ਲਿਵਰ, ਕਿਡਨੀਜ਼, ਮਿਡਲ ਆਫ ਦਾ ਸਪਾਈਨ ਔਰ ਸਾਡੇ ਪੈਂਕਰੀਆਸ। ਇੰਬੈਲੈਂਸ ਹੋ ਜਾਂਦਾ ਤਾਂ ਕੀ ਬਿਮਾਰੀਆਂ ਸਾਨੂੰ ਲੱਗ ਜਾਂਦੀਆਂ ਨੇ, ਬਾਡੀ ਨੂੰ ਦੇਖੀਏ ਫਿਰ ਮਾਈਂਡ ਨੂੰ ਦੇਖੀਏ। ਬਾਡੀ ਨੂੰ ਹੁੰਦਾ ਆ UTI, ਮਤਲਬ ਪਿਸ਼ਾਬ ਦੇ ਨਾਲ ਰਿਲੇਟਡ ਜਿਹੜੀਆਂ ਬਿਮਾਰੀਆਂ ਉਹ ਲੱਗ ਜਾਂਦੀਆਂ ਨੇ, ਐਡਿਕਸ਼ਨ ਹੋ ਜਾਂਦੀ ਹੈ, ਕ੍ਰੇਵਿੰਗ ਵੱਧਦੀ ਆ, ਇੰਬੈਲੈਂਸ ਹੋਵੇ ਤਾਂ। ਮੈਂਟਲ ਬਿਮਾਰੀਆਂ ਕਿਹੜੀਆਂ ਹੋ ਸਕਦੀਆਂ ਨੇ, ਜ਼ਿਆਦਾ ਹੀ ਫਿਕਰ ਕਰੀ ਜਾਣਾ, ਕਿਉਂਕਿ ਇਮੋਸ਼ਨ ਦਾ ਆ ਨਾ ਇਹ ਜਿਹੜਾ ਇਹ ਚੱਕਰ ਆ। ਸੋ ਇਮੋਸ਼ਨਲੀ ਜ਼ਿਆਦਾ ਫਿਰ ਫਿਕਰ, ਸਟ੍ਰੈਸ, ਐਂਜ਼ਾਈਟੀ, ਨੈਗੇਟਿਵ ਹੀ ਸੋਚੀ ਜਾਣਾ ਅਗਰ ਇੰਬੈਲੈਂਸ ਆ, ਨੈਗੇਟਿਵ ਹੀ। ਫਿਰ ਗਿਲਟ, ਕੋਈ ਗਲਤੀ ਹੋ ਗਈ ਤਾਂ ਗਿਲਟ ਦੇ ਵਿੱਚ ਹੀ ਆਪਣੇ ਆਪ ਨੂੰ ਡਾਊਨ ਕਰੀ ਜਾਣਾ, ਲੈਕ ਆਫ ਕ੍ਰੀਏਟਿਵਿਟੀ, ਇਹ ਰਚਨਾਤਮਕ ਚੱਕਰ ਆ। ਕ੍ਰੀਏਟਿਵਿਟੀ ਦੀ ਪਾਵਰ ਸਾਡੇ ਵਿੱਚ ਆਉਂਦੀ, ਲੇਕਿਨ ਅਗਰ ਇੰਬੈਲੈਂਸ ਆ ਤਾਂ ਫਿਰ ਸਾਡੇ ਵਿੱਚ ਬਹੁਤ ਕਮੀ ਆ ਜਾਂਦੀ, ਅਸੀਂ ਕੁਝ ਕ੍ਰੀਏਟ ਹੀ ਨਹੀਂ ਕਰ ਪਾਉਂਦੇ। ਸੈਕਸੁਅਲ ਡਿਸਆਰਡਰ, ਸੋ ਉਹ ਵੀ ਸਾਨੂੰ ਬਿਮਾਰੀਆਂ ਲੱਗ ਸਕਦੀਆਂ ਨੇ। ਫੀਅਰ, ਐਂਗਰ, ਹੇਟਡ ਅੰਦਰ ਹੋਏਗੀ, ਤਾਂ ਫਿਰ ਇਹਨਾਂ ਇਮੋਸ਼ਨਸ ਨੂੰ ਜਦੋਂ ਹੁਣ ਸਾਨੂੰ ਕ੍ਰੋਧ ਆਇਆ ਤਾਂ ਕ੍ਰੋਧ ਦੀ ਜਗ੍ਹਾ ਤੇ ਫਿਰ ਕਰੁਣਾ ਲੈ ਕੇ ਆਉਣੀ ਅੰਦਰ, ਦਇਆ ਲੈ ਕੇ ਆਉਣੀ। ਹੁਣ ਬਾਣੀ ਨੇ ਤਾਂ ਸਾਨੂੰ ਸਿਖਾ ਹੀ ਦਿੱਤਾ, ਧੌਲ ਧਰਮ ਦਇਆ ਕਾ ਪੂਤ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਧਰਮ ਤਾਂ ਖੜਾ ਹੀ ਜਿਹੜਾ ਆ ਉਹਦੇ ਉੱਤੇ ਆ, ਦਇਆ ਦੇ ਉੱਤੇ ਆ। ਧਰਮ ਤਾਂ ਹੈ ਹੀ ਦਇਆ ਦਾ ਪੁੱਤਰ ਆ, ਮਤਲਬ ਦਇਆ ਤਾਂ ਉਹਦੀ ਮਾਂ ਹੋ ਗਈ। ਇੰਨੀ ਦਇਆ ਸਾਡੇ ਅੰਦਰ ਹੋਣੀ ਚਾਹੀਦੀ ਆ ਅਗਰ ਅਸੀਂ ਧਰਮੀ ਬਣਨਾ, ਧਰਮ ਕਮਾਉਣਾ ਤਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ। ਸੋ ਕਹਿੰਦੇ ਨੇ ਵੀ ਜਦੋਂ ਕ੍ਰੋਧ ਆਵੇ ਫਿਰ ਇਹ ਦਇਆ ਦੇ ਨਾਲ ਇਹਨੂੰ ਬਦਲੋ ਆਪਣੇ ਆਪ ਨੂੰ। ਨਹੀਂ, ਕ੍ਰੋਧ ਨਹੀਂ ਕਰਨਾ, ਦਇਆ ਕਰਨੀ ਆ, ਉਹਨੂੰ ਸਮਝਣੀ ਆ। ਸਾਹਮਣੇ ਵਾਲੇ ਤੇ ਕ੍ਰੋਧ ਕਰਦੇ ਆ ਨਾ, ਤਾਂ ਫਿਰ ਹੌਲੀ ਹੌਲੀ ਇਹ ਬਦਲ ਜਾਏਗਾ। ਤਾਂ ਅਗਰ ਸਾਡੇ ਅੰਦਰ ਹਿੰਸਾ ਦੀ ਜਗ੍ਹਾ ਤੇ ਜਿਹੜੀ ਕਰਨਾ ਕਰਨੀ, ਦਇਆ ਕਰਨੀ ਆ, ਵਾਪਸ ਅਸੀਂ ਹਿੰਸਾ ਨਹੀਂ ਕਰਨੀ। ਕ੍ਰੋਧ ਦੀ ਜਗ੍ਹਾ ਤੇ ਖਿਮਾ ਕਰਨੀ, ਮਾਫ ਕਰਨਾ ਹੈ ਉਹ ਕਿਸੇ ਦੀ ਵੀ ਗਲਤੀ ਨੂੰ, ਔਰ ਆਪਣੇ ਆਪ ਨੂੰ ਵੀ ਮਾਫ ਕਰਨਾ। ਪਹਿਲਾਂ ਦੂਸਰੇ ਨੂੰ ਨਹੀਂ, ਆਪਣੀ ਵੀ, ਨਹੀਂ ਤਾਂ ਗਿਲਟ 'ਚ ਜਾਈ ਜਾਵਾਂਗੇ, ਸਾਡੇ ਕੋਲੋਂ ਵੀ ਗਲਤੀਆਂ ਹੋ ਜਾਂਦੀਆਂ ਨੇ। ਆਪਣੇ ਆਪ ਨੂੰ ਮਾਫ ਕਰਨਾ, ਅੱਗੇ ਤੋਂ ਗਲਤੀ ਨਹੀਂ ਕਰਨੀ, ਇਹ ਇੱਧਰ ਨੂੰ ਅਸੀਂ ਚੱਲਣਾ ਹੈ। ਤਾਂ ਅਗਰ ਹੇਟਰਡ ਆ, ਇਹ ਇਮੋਸ਼ਨਸ ਨੈਗੇਟਿਵ ਵੀ ਇਹਦੇ ਵਿੱਚ ਹੁੰਦੇ ਆ ਨਾ, ਤਾਂ ਉਹਦੀ ਜਗ੍ਹਾ ਫਿਰ ਅਸੀਂ ਕੀ ਕਰਨਾ, ਜਿਹੜਾ ਫਰੈਂਡਲੀਨੈਸ, ਮਿੱਤਰਤਾ, ਮੈਤਰੀ ਭਾਵਨਾ ਰੱਖਣੀ। ਤੇ ਡਰ ਲੱਗ ਰਿਹਾ ਉਹ ਤੋਂ ਅਭੈ ਹੋਣ ਦੇ ਲਈ ਆਪਣੇ ਗੁਰੂ ਦਾ, ਪਰਮਾਤਮਾ ਦਾ, ਨਾਮ ਦਾ, ਸੰਗਤ ਦਾ ਓਟ ਆਸਰਾ ਲੈਣਾ ਹੈ।
ਸੰਗਤ ਜੀ ਦੇਖੋ, ਇਹ ਸਾਨੂੰ ਕਿੰਨਾ ਕਿ ਸਾਨੂੰ ਜਿਹੜਾ ਹੈ ਗੁਰਬਾਣੀ ਨੇ ਪਹਿਲਾਂ ਹੀ ਸਾਨੂੰ ਕੱਢਿਆ ਹੋਇਆ। ਅੱਜ ਦੇ ਵਿਦਵਾਨ ਸਾਨੂੰ ਖੋਜ ਕੇ ਦੱਸ ਰਹੇ ਨੇ, ਉਹਨਾਂ ਦਾ ਵੀ ਬਹੁਤ ਥੈਂਕਸ। ਉਹ ਸਾਨੂੰ ਦੱਸ ਰਹੇ ਨੇ ਵੀ ਤੁਸੀਂ ਇਉਂ ਕਰ ਲਓ, ਇਉਂ ਕਰ ਲਓ। ਗੁਰਬਾਣੀ ਵਿੱਚ ਸਾਨੂੰ ਪਹਿਲਾਂ ਹੀ ਦੱਸਿਆ ਹੋਇਆ। ਕੁੰਡਲਨੀ ਸੁਰਜਣ ਦੀ ਗੱਲ ਕੀਤੀ ਹੋਈ ਵੀ ਸੰਗਤ ਵਿੱਚ ਇੱਕ ਸੁਰਜਣੀ ਆ, ਗੁਰੂ ਦੇ ਬਚਨ ਕਮਾ ਕੇ ਹੀ ਤੇਰੀ ਇਹ ਜਿਹੜੀ ਹੈ ਸ਼ਕਤੀ ਹੈ, ਇਹ ਤੇਰੀ ਪੂਰੀ ਜਾਗੇਗੀ, ਜਿਹੜੇ ਤੇਰੇ ਅੰਦਰ ਪਾ ਕੇ ਰੱਖੀ ਆ ਪਰਮਾਤਮਾ ਨੇ, ਪਾ ਕੇ ਹੀ ਭੇਜੀ ਹੋਈ ਹੈ। ਸੋ ਪਰਮਾਤਮਾ ਦਾ ਇੱਕ ਪ੍ਰੋਸੈਸ ਹੁਣ ਚੱਲੀ ਜਾ ਰਿਹਾ। ਤੇ ਉਹ ਫਸਟ ਹੋ ਗਿਆ 7 ਸਾਲਾਂ ਤੱਕ ਸਾਡੀ ਫਿਜ਼ੀਕਲ ਬਾਡੀ ਦੀ ਗਰੋਥ ਹੁੰਦੀ ਹੈ, 7 ਤੋਂ 14 ਸਾਲ ਤੱਕ ਸਾਡੀ ਜਿਹੜੀ ਹੈ ਇਮੋਸ਼ਨਲ ਬਾਡੀ ਦੀ ਗਰੋਥ ਹੁੰਦੀ ਹੈ। ਹੁਣ ਤੀਸਰਾ ਜਿਹੜਾ ਸਾਡਾ ਆ ਗਿਆ ਉਹ ਹੈਗੀ ਆ ਸਾਡੀ ਤੀਸਰਾ ਆਪਣਾ ਆ ਗਿਆ ਸੋਲਰ ਪਲੈਕਸਸ, ਜਿਹਨੂੰ ਮਣੀਪੁਰ ਚੱਕਰ ਕਹਿੰਦੇ ਆ। ਸੋ ਇਹ ਸਾਡਾ ਜਿਹੜਾ ਆ ਦੋਨਾਂ ਰਿਬਸ ਦੇ ਵਿਚਕਾਰ ਹੁੰਦਾ। ਇਹ ਐਸਟਰਲ ਬਾਡੀ, ਇੱਥੇ ਸਾਡੀ ਇਹਦੀ ਗਰੋਥ ਹੁੰਦੀ 14 ਤੋਂ 21 ਸਾਲ ਦੀ ਉਮਰ ਦੇ ਵਿੱਚ। ਸੋ ਇਹਨੂੰ ਬਹੁਤ ਹੀ ਜ਼ਿਆਦਾ ਸੰਭਾਲਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਹ ਜਿਹੜਾ ਸਾਡਾ ਇਹ ਟਾਈਮ ਹੈ ਨਾ, ਇਹ ਸਾਡਾ ਸਪਿਰਿਚੁਅਲ ਇੰਟੈਲੀਜੈਂਸ ਦਾ ਪੀਰੀਅਡ ਹੈ। ਇਹ 'ਚ ਨੈਚੁਰਲ ਥੋੜ੍ਹੀ ਜਿਹੀ ਵੀ ਮਿਹਨਤ ਕਰੋ ਤੇ ਬਹੁਤ ਜ਼ਿਆਦਾ ਸਾਨੂੰ ਨਾਲ ਨੈਚੁਰਲ ਹੈਲਪ ਜਿਹੜੀ ਇੱਥੇ ਮਿਲ ਰਹੀ ਹੁੰਦੀ ਹੈ। ਕਿਉਂਕਿ ਜਿਹੜਾ 7 ਤੋਂ 14 ਸਾਲ ਦੀ ਉਮਰ ਦੇ ਵਿੱਚ ਉਹਦੇ ਵਿੱਚ ਅਸੀਂ ਇਮੋਸ਼ਨਸ ਸਿੱਖਣੇ ਸੀ, ਕਿਵੇਂ ਬੈਲੈਂਸ ਕਰਨੇ ਆ, ਕਿਵੇਂ ਆਪਣੀਆਂ ਭਾਵਨਾਵਾਂ ਸ਼ੁੱਧ ਕਰਨੀਆਂ ਨੇ, ਹੈ ਨਾ, ਸੰਗਤ ਕਰਦੇ। ਇਹਦੇ ਵਿੱਚ ਹੁਣ ਜਿਹੜਾ ਹੈ ਸਪਿਰਿਚੁਅਲ ਗਰੋਥ ਜ਼ਿਆਦਾ ਹੁੰਦੀ ਹੈ। ਇਹ ਸਕਿੱਲ ਲਰਨ ਕਰਨੇ, ਸਪਿਰਿਚੁਅਲ ਸਕਿੱਲ ਨੌਲੇਜ ਸਾਰੀ ਗੇਨ ਕਰਨ ਦਾ ਇਹ ਟਾਈਮ ਆ। ਸੋ ਧਾਰਮਿਕ ਗ੍ਰੰਥ ਪੜ੍ਹਨੇ ਔਰ ਉਹਦੇ ਵਿੱਚ ਕਿਹੜੀ ਵਿਜ਼ਡਮ ਦਿੱਤੀ ਹੋਈ ਹੈ, ਉਹਦੇ ਵਿੱਚ ਕਿਹੜਾ ਗਿਆਨ ਆ, ਉਹਨੂੰ ਆਪਣੇ ਜੀਵਨ ਵਿੱਚ ਉਤਾਰਨਾ। ਅਸੀਂ ਇਸ ਟਾਈਮ 14 ਤੋਂ 21 ਸਾਲ ਦੀ ਉਮਰ ਵਿੱਚ ਜ਼ਿਆਦਾ ਭੋਗਾਂ ਦੇ ਵਿੱਚ ਹੀ ਬੰਦਾ ਆਪਣਾ ਜੀਵਨ ਜਿਹੜਾ ਬਿਤਾਉਂਦਾ। ਇਹ ਬਹੁਤ ਵੱਡਾ ਖਤਰਾ ਆ। ਫਿਰ ਪਸ਼ੂ ਔਰ ਸਾਡੇ ਵਿੱਚ ਕੋਈ ਫਰਕ ਨਹੀਂ। ਅਗਰ ਅਸੀਂ ਆਪਣਾ ਜਿਹੜਾ ਸੈਕੰਡ ਜਿਹੜਾ ਇਮੋਸ਼ਨਸ ਨੂੰ ਨਹੀਂ ਸੁਧਾਰਿਆ ਤਾਂ ਫਿਰ ਤੀਸਰੇ ਤੱਕ ਵੀ ਅਸੀਂ ਨਹੀਂ ਪਹੁੰਚ ਪਾਣਾ। ਇਮੋਸ਼ਨਸ ਹੀ ਨਹੀਂ ਅਗਰ ਸੁਧਾਰੇ ਤਾਂ ਬਾਣੀ ਦੀ ਵਿਜ਼ਡਮ ਨੇ ਅੰਦਰ ਕੰਮ ਨਹੀਂ ਸਾਡੇ ਕਰ ਪਾਣਾ, ਉਹਦੇ ਵਿੱਚ ਅਸੀਂ ਉਲਝੇ ਹੋਏ ਹਾਂ। ਸੋ ਨਾਲ ਹੀ ਨਾਲ ਸਾਰਾ ਚੱਲੇਗਾ। ਆਪਣੇ ਇਮੋਸ਼ਨਸ ਨੂੰ, ਭਾਵਨਾਵਾਂ ਨੂੰ ਵੀ ਸੁਧਾਰਨਾ ਆ, ਔਰ ਨਾਲ ਫਿਰ ਜਿਹੜਾ ਹੈ ਐਸਟਰਲ ਬਾਡੀ, ਸੋਲਰ ਪਲੈਕਸਸ, ਇੱਥੇ ਜਿਹੜਾ ਸਾਡੀ ਸਕਿੱਲ ਅਸੀਂ ਗੇਨ ਕਰਨੀ ਆ, ਵਿਜ਼ਡਮ ਗੇਨ ਕਰਨੀ ਆ। ਧਾਰਮਿਕ ਗ੍ਰੰਥ ਜੋ ਕਹਿ ਰਹੇ ਨੇ ਉਹਦੇ ਮੁਤਾਬਕ ਆਪਣੀ ਉਹਦੀ ਸੱਚੀ ਨੌਲੇਜ ਨੂੰ ਜੀਵਨ ਵਿੱਚ ਜੀਣਾ ਆ। ਸੋ ਇਹ ਮੰਨਣ ਦੀ ਅਵਸਥਾ ਆ, ਨਾਲ ਮੰਨਣਾ ਆ। ਜੋ ਅਸੀਂ ਬਾਣੀ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਉਹਨੂੰ ਮੰਨਣਾ ਆ ਅਸੀਂ ਨਾਲ। ਇਹਦੇ ਵਿੱਚ ਕਿਹੜੀ ਟਰਾਂਸਫੋਰਮੇਸ਼ਨ ਨਾਲ ਹੁੰਦੀ ਹੈ, ਇਮੋਸ਼ਨਸ ਇੱਥੇ ਵੀ ਬਦਲਦੇ ਨੇ। ਸੋ ਜਿਹੜਾ ਕਿੰਨੇ ਪਹਿਲਾਂ ਡਾਊਟ ਸੀਗੇ ਸਾਡੇ ਅੰਦਰ, ਹੁਣ ਸ਼ਰਧਾ ਆ ਗਈ ਆਪਣੇ ਗੁਰੂ ਦੇ ਉੱਤੇ, ਗੁਰੂ ਦੇ ਬਚਨਾਂ ਦੇ ਉੱਤੇ, ਜੋ ਗੁਰੂ ਨੇ ਕਿਹਾ। ਪਹਿਲਾਂ ਤਾਂ ਅਸੀਂ ਕਹਿੰਦੇ ਇਦਾਂ ਕਿਦਾਂ ਹੋ ਸਕਦਾ ਨਾ, ਪਹਿਲਾਂ ਸਾਡਾ ਇਹ ਮਨ ਲੌਜਿਕ ਮਾਈਂਡ ਕਹੇ ਇਦਾਂ ਕਿਦਾਂ ਹੋ ਸਕਦਾ। ਫਿਰ ਜਦੋਂ ਇਹ ਸਾਡਾ ਚੱਲੀ ਜਾਂਦਾ ਅੰਦਰ, ਠੀਕ ਚੱਲ ਰਿਹਾ, ਬੈਲੈਂਸ ਵਿੱਚ ਹੈ, ਫਿਰ ਸ਼ਰਧਾ ਆਊਗੀ ਗੁਰੂ ਦੇ ਬਚਨਾਂ ਦੇ ਉੱਤੇ। ਫਿਰ ਮਨ ਹੁੰਦਾ। ਜਦ ਤੱਕ ਸ਼ਰਧਾ ਨਹੀਂ ਤਾਂ ਮਨ ਵੀ ਨਹੀਂ ਹੁੰਦਾ। ਔਰ ਵਿਚਾਰ ਜਿਹੜੇ ਸਾਡੇ ਇੰਨੇ ਚੱਲ ਰਹੇ ਨੇ, ਥੋਟਸ ਚੱਲੀ ਜਾ ਰਹੇ ਨੇ, ਇਹ ਫਿਰ ਸਾਡਾ ਵਿਵੇਕ, ਕਿਉਂਕਿ ਵਿਜ਼ਡਮ ਜਾਗ ਜਾਂਦੀ ਹੈ, ਵਿਵੇਕ ਦੇ ਵਿੱਚ ਅਸੀਂ ਆ ਜਾਂਦੇ ਹਾਂ। ਇੰਨਾ ਕੰਟਰੋਲ, ਇਹ ਜਿਹੜਾ ਇੱਕ ਕਿਸਮ ਦਾ ਇਹ ਸੈਲਫ ਕੰਟਰੋਲ ਦਾ ਇਹ ਜਿਹੜਾ ਕਹਿ ਲਓ ਐਨਰਜੀ ਦਾ ਲੈਵਲ ਆ, ਇਹ ਸਾਡਾ ਥਰਡ ਜਿਹੜਾ ਚੱਕਰਾ ਆ, ਇਹ ਕੀ ਰਿਪਰੈਜ਼ੈਂਟ ਕਰਦਾ? ਸਾਡੀ ਵਿਲ ਪਾਵਰ ਨੂੰ ਰਿਪਰੈਜ਼ੈਂਟ ਕਰਦਾ, ਸੈਲਫ ਸਟੀਮ ਨੂੰ, ਔਰ ਸਾਡੀ ਪਰਸਨਲ ਰਿਸਪੌਂਸਿਬਿਲਿਟੀ ਨੂੰ ਇਹ ਜਿਹੜਾ ਆ ਰਿਪਰੈਜ਼ੈਂਟ ਕਰਦਾ ਹੈ। ਅਗਰ ਇੰਬੈਲੈਂਸ ਆ ਫਿਰ ਲੋ ਸੈਲਫ ਸਟੀਮ ਔਰ ਮਿਸਯੂਜ਼ ਆਫ ਪਾਵਰ। ਇੱਥੇ ਸ਼ਕਤੀ ਸਾਡੀ ਜਾਗਦੀ ਹੈ, ਇਹ ਜਵਾਨੀ ਦੀ ਉਮਰ ਹੈ ਨਾ, ਕਹਿੰਦੇ ਜਵਾਨੀ 'ਚ ਬੜਾ ਜੋਸ਼ ਹੁੰਦਾ ਹੈ। ਸੋ ਪਾਵਰ ਤਾਂ ਜਾਗਦੀ ਹੈ। ਫਿਰ ਕਈ ਵਾਰ ਗਲਤ ਰਾਹਾਂ 'ਤੇ ਵੀ ਬੱਚੇ ਚਲੇ ਜਾਂਦੇ ਨੇ ਯੰਗ ਉਮਰ ਦੇ ਵਿੱਚ। ਸੋ ਮਿਸਯੂਜ਼, ਆਤੰਕਵਾਦੀ ਬਣ ਜਾਂਦੇ ਨੇ, ਹੈ ਨਾ। ਅਗਰ ਵਿਵੇਕ ਨਹੀਂ ਆ ਨਾ, ਕਈ ਵਾਰ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਵੀ 1000 ਨੂੰ ਮਾਰ ਦਿਓ, ਇਹਦੇ ਵਿੱਚ ਹੀ ਜਿਹੜਾ ਤੁਹਾਨੂੰ ਸਵਰਗ ਮਿਲੇਗਾ ਜਾਂ ਕੁਛ ਮਿਲੇਗਾ। ਵਿਵੇਕ ਨਹੀਂ ਅਗਰ ਕੰਮ ਕੀਤੀ ਤਾਂ ਉਹ ਫਿਰ ਇਸੇ ਤਰ੍ਹਾਂ ਹੀ ਕਰ ਪਾਏਗਾ, ਕਿਉਂਕਿ ਅੰਦਰ ਸ਼ਕਤੀ ਤਾਂ ਜਾਗੀ ਹੋਈ ਹੈ, ਸ਼ਕਤੀ ਤਾਂ ਹੈ, ਪਰ ਮਿਸਯੂਜ਼ ਵੀ ਹੋ ਸਕਦਾ। ਸੋ ਵਿਵੇਕ ਜਿਹੜਾ ਬਹੁਤ ਜ਼ਰੂਰੀ ਹੈ। ਸਾਡੇ ਕੋਲ ਵੀ ਹਥਿਆਰ ਮਹਾਰਾਜ ਨੇ ਸਾਨੂੰ ਦਿੱਤੇ ਹੋਏ ਨੇ, ਸ਼੍ਰੀ ਸਾਹਿਬ। ਸੋ ਉਹਦੇ ਲਈ ਵਿਵੇਕ ਆ ਤਾਂ ਅਗਰ ਉਹ ਫਿਰ ਗਲਤ ਨਹੀਂ ਕਦੇ ਵੀ ਉੱਠੇਗਾ। ਬਹੁਤ ਫਿਰ ਇੱਥੇ ਇੱਕ ਬੈਲੈਂਸ ਦੀ ਜ਼ਰੂਰਤ ਆ ਸਾਨੂੰ। ਤਾਂ ਮਾਨਸਿਕ ਸਾਡੇ ਉੱਤੇ ਕੀ ਦਾ ਅਸਰ ਪੈਂਦਾ ਆ? ਸਾਡਾ ਨਰਵਸ ਰਹਾਂਗੇ ਅਗਰ ਇੰਬੈਲੈਂਸ ਆ, ਐਂਗਜ਼ਾਇਟੀ ਹੋਏਗੀ, ਸ਼ਾਈ ਫੀਲ ਕਰਾਂਗੇ, ਲੋਕਾਂ ਦੇ ਵਿੱਚ ਜਾਣ ਤੋਂ ਘਬਰਾਵਾਂਗੇ,
ਸੋ ਡਰਾਂਗੇ, ਇਹ ਵੀ ਜਿਹੜਾ ਇਨਫੀਰੀਅਰਿਟੀ ਕੰਪਲੈਕਸ ਅੰਦਰ ਆਪਣੇ ਰੱਖਾਂਗੇ ਵੀ ਮੈਂ ਦੂਸਰਿਆਂ ਨਾਲੋਂ ਘੱਟ ਹਾਂ, ਇਸ ਤਰ੍ਹਾਂ ਮਨ ਦੇ ਵਿੱਚ ਆਵੇਗਾ। ਅਗਰ ਇਹ ਬੈਲੈਂਸ ਦੇ ਵਿੱਚ ਆ, ਫਿਰ ਸਾਰਾ ਸਾਡਾ ਸਿਸਟਮ ਠੀਕ ਚੱਲੇਗਾ, ਸਾਡੀ ਨੌਲੇਜ ਵੀ ਸਾਡੇ ਕੋਲ ਠੀਕ ਹੋਵੇਗੀ, ਸਾਡੀ ਸੈਲਫ ਅਸਟੀਮ ਵੀ ਵਧੀਆ ਹੋਵੇਗੀ, ਤਾਂ ਸਾਡੇ ਇਮੋਸ਼ਨਸ ਵੀ ਅੱਛੇ ਹੋਣਗੇ, ਇੰਟੈਲੈਕਟ ਸਾਡਾ ਜਾਗੇਗਾ, ਇਹ ਫਿਰ ਸਾਡੀਆਂ ਭਾਵਨਾਵਾਂ ਸਾਰੀਆਂ ਸ਼ੁੱਧ ਰਹਿਣਗੀਆਂ। ਤਾਂ ਸੰਗਤ ਜੀ, ਗੁਰਬਾਣੀ ਨੇ ਸਾਨੂੰ ਕਿੰਨਾ ਕਿੰਨਾ ਇਹਦੇ ਬਾਰੇ ਸਮਝਾਇਆ, ਵਿਵੇਕ ਵਾਸਤੇ ਆ ਜਿਹੜਾ ਤੀਸਰਾ ਸਾਡਾ ਪੁਆਇੰਟ ਆ। ਇਹਦੇ ਵਿੱਚ ਹੁਣ ਇੰਨੀ ਸਮਝ ਆ ਗਈ, ਵੇਦ ਪੜ੍ਹ ਲੈ, ਗ੍ਰੰਥ ਪੜ੍ਹ ਲੈ, ਇਸ ਲੈਵਲ ਤੇ ਆ ਕੇ ਉਹਦੇ ਵਿੱਚ ਹੁਣ ਗੁਰੂ ਮਹਾਰਾਜ ਕਹਿੰਦੇ ਆ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੰਗਮ ਸਾਧੇ। ਜੋ ਕਰਨਾ ਸੀ, ਜੋ ਦੱਸਿਆ ਗਿਆ, ਉਹ ਸਾਰੇ ਕਰਮ ਅਸੀਂ ਕੀਤੇ, ਹਨਾ। ਪਾਠ ਪੜ੍ਹਨ ਨੂੰ ਕਿਹਾ, ਸਾਨੂੰ ਕਿਹਾ ਪਾਠ ਪੜ੍ਹੋ, ਅਸੀਂ ਪੜ੍ਹਨ ਲੱਗ ਗਏ, ਹਨਾ। ਵੇਦਾਂ ਦੀ ਮਤਲਬ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਨ ਨੂੰ ਕਿਹਾ, ਅਸੀਂ ਉਹ ਵੀ ਕੀਤੀ। ਫਿਰ ਜਿਹੜੇ ਹੋਰ ਸਾਧਨਾ ਵਾਲੇ ਨੇ, ਯੋਗਾ ਕਰਨ ਵਾਲੇ ਨੇ, ਉਹ ਨਿਵਮ ਭੰਗਮ ਸਾਧੇ, ਉਹਨਾਂ ਨੇ ਉਹ ਵੀ ਕੀਤਾ, ਨਿਉਲੀ ਕਰਮ ਵੀ ਕੀਤੇ। ਫਿਰ ਵੀ ਕੀ ਹੋਇਆ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ। ਹੁਣ ਵਿਵੇਕ ਬੁੱਧ ਜਾਗਰਤ ਹੋ ਗਏ, ਹੁਣ ਪਤਾ ਚੱਲ ਗਿਆ ਕਰਮ ਤਾਂ ਸਾਰੇ ਹੀ ਕੀਤੇ, ਪਰ ਜਿਹੜੇ ਪੰਜ ਵਿਕਾਰਾਂ ਤੋਂ ਮੇਰਾ ਸਾਥ ਛੁੱਟਿਆ ਨਹੀਂ। ਇਹ ਸਾਡੀ ਗੱਲ ਹੋ ਰਹੀ ਹੈ, ਅਸੀਂ ਵੀ ਬਾਣੀ ਪੜ੍ਹ ਰਹੇ, ਸੰਗਤ ਕਰ ਰਹੇ, ਪਾਠ ਪੜ੍ਹ ਰਹੇ ਹਾਂ, ਤੇ ਸਾਡੇ ਵਿੱਚ ਵੀ ਕਾਮਨਾਵਾਂ ਨੇ। ਉਹ ਜਿਹੜੀ ਕਾਮ ਆ, ਕੱਲਾ ਉਹ ਸਰੀਰ ਦਾ ਹੀ ਕਾਮ ਨਹੀਂ ਆ, ਸਾਰੀਆਂ ਕਾਮਨਾਵਾਂ ਜਿਹੜੀਆਂ ਕਾਮ ਦੇ ਵਿੱਚ ਹੀ ਆ ਜਾਂਦੀਆਂ ਨੇ। ਸੋ ਅਸੀਂ ਵੀ ਕਾਮ ਦੇ ਵਿੱਚ ਹੀ ਆ। ਕ੍ਰੋਧ ਸਾਨੂੰ ਆਉਂਦਾ, ਲੋਭੀ ਆ, ਅਸੀਂ ਮੋਹ 'ਚ ਫਸੇ ਹੋਏ ਆ, ਹੰਕਾਰ ਵਿੱਚ ਆ। ਇਹ ਸਾਨੂੰ ਪਤਾ ਫਿਰ ਚੱਲ ਗਿਆ, ਜਿਹਦੀ ਵਿਵੇਕ ਜਾਗ ਗਈ ਵੀ ਇਹ ਸਾਰਾ ਕੁਝ ਮੈਂ ਕਰ ਰਿਹਾ, ਲੇਕਿਨ ਫਿਰ ਵੀ ਮੇਰਾ ਪੰਜਾ ਤੋਂ ਸਾਥ ਨਹੀਂ ਛੁੱਟਿਆ। ਉਲਟਾ ਮੈਨੂੰ ਤਾਂ ਹੰਕਾਰ 'ਚ ਆ ਗਿਆ, ਦੇਖੋ ਦੇਖੋ ਮੈਂ ਤਾਂ ਅੰਮ੍ਰਿਤ ਵੇਲੇ ਉੱਠਦਾ, ਮੈਂ ਤਾਂ ਨਾਮ ਜਪਦਾ, ਮੈਂ ਤਾਂ ਇੰਨੀਆਂ ਬਾਣੀਆਂ ਕੰਠ, ਮੈਨੂੰ ਤਾਂ ਇੰਨੇ ਅਰਥ ਆਉਂਦੇ ਨੇ। ਉਲਟਾ ਹੰਕਾਰ ਵੀ ਆ ਗਿਆ। ਫਿਰ ਗੁਰੂ ਮਹਾਰਾਜ ਕਹਿੰਦੇ, ਪਿਆਰੇ ਇਨ ਵਿਦ ਮਿਲਨ ਨਾ ਜਾਈ। ਇਵੇਂ ਥੋੜੀ ਪਰਮਾਤਮਾ ਨੂੰ ਮਿਲ ਹੋ ਜਾਣਾ ਹੈ। ਕਿੰਨਾ ਦੇਖੋ ਨਾਲ ਪਿਆਰੇ ਕਰਕੇ ਕਹਿ ਰਹੇ ਨੇ ਮਹਾਰਾਜ ਜੀ, ਸਾਨੂੰ ਪਿਆਰ ਦੇ ਨਾਲ ਕਹਿ ਰਹੇ ਨੇ, ਠੀਕ ਹੈ ਪੁੱਤ ਤੂੰ ਇਹ ਕਰਦਾ ਆ, ਪਰ ਕਿਉਂਕਿ ਤੇਰਾ ਪੰਜਾਂ ਤੋਂ ਤੂੰ ਛੁੱਟ ਹੀ ਨਹੀਂ ਪਾਇਆ, ਤੂੰ ਇਵੇਂ ਥੋੜੀ ਮਿਲ ਪਾਣਾ ਆ। ਫਿਰ ਕੀ ਮੈਂ ਕੀ ਇਹ ਕਰਮ ਅਨੇਕਾਂ, ਕਰਮ ਤਾਂ ਕਿੰਨੇ ਕੀਤੇ ਨੇ, ਹਨਾ, ਛੁੱਟ ਗਏ। ਫਿਰ ਕੀ ਹੋਇਆ, ਹਾਰ ਪਰਿਓ ਸੁਆਮੀ ਕੇ ਦੁਆਰੇ। ਹੁਣ ਝੁਕ ਜਾਣਾ ਆਪਣੇ ਗੁਰੂ ਦੇ ਅੱਗੇ, ਤਾਂ ਮੈਂ ਗੁਰੂ ਮਹਾਰਾਜ ਮੈਨੂੰ ਕੀ ਦਿਓ, ਵਿਵੇਕ ਬੁੱਧ ਮੰਗਣੀ ਆ ਹੁਣ ਗੁਰੂ ਤੋਂ। ਅੱਗੇ ਤਾਂ ਕਾਮਨਾਵਾਂ ਮੰਗਦੇ ਸੀ, ਸੰਸਾਰ ਦੀ ਦੁਨੀਆ ਮੰਗੀ ਜਾਂਦੇ ਸੀ, ਅਸੀਂ ਸ਼ਕਤੀਆਂ ਹੀ ਮੰਗੀ ਜਾਂਦੇ ਸੀਗੇ ਵੀ ਉਹ ਪਾਵਰ ਆ ਜਾਵੇ, ਉਹ ਰਿੱਧੀਆਂ ਸਿੱਧੀਆਂ ਆ ਜਾਣ। ਇੱਥੇ ਹੁਣ ਇੱਥੇ ਕਹਿੰਦੇ ਆ ਵੀ ਜਦੋਂ ਇਹਦੀ ਅਵੇਅਰਨੈਸ ਅੰਦਰ ਆ ਗਈ, ਵਿਜ਼ਡਮ ਜਾਗ ਗਈ, ਤਾਂ ਹੁਣ ਵਿਵੇਕ ਬੁੱਧ ਮੰਗੂਗਾ। ਸਮਝ ਲੱਗਣ ਲੱਗ ਗਈ ਵੀ ਮੈਂ ਸਾਰਾ ਕੁਝ ਕਰ ਰਿਹਾ, ਪਰ ਮੇਰਾ ਮਿਲਾਪ ਨਹੀਂ ਹੋ ਰਿਹਾ, ਮੈਂ ਤਾਂ ਵੱਲੇ ਵਿਕਾਰਾਂ 'ਚ ਹੀ ਹਾਂ। ਫਿਰ ਮੇਰੇ ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ, ਮੈਨੂੰ ਵਿਵੇਕ ਬੁੱਧ ਦੇ ਦਿਓ। ਬਹੁਤ ਵੱਡੀ ਸ਼ਕਤੀ ਹੈ ਵਿਵੇਕ ਬੁੱਧ। ਇਹ ਮੰਗਣੀ ਅਸੀਂ ਨਿਤ ਸਾਰਿਆਂ ਨੇ। ਤਾਂ ਦੂਸਰੀਆਂ ਅਸੀਂ ਕਾਮਨਾਵਾਂ ਵਿੱਚ ਫਸੇ ਹੋਏ ਹਾਂ। ਫਿਰ ਸਾਡੇ ਤਾਂ ਪਸ਼ੂਆਂ ਵਿੱਚ ਕੋਈ ਫਰਕ ਨਹੀਂ, ਅਗਰ ਅਸੀਂ ਵਾਸਨਾਵਾਂ ਵਿੱਚ, ਭੋਗਾਂ ਵਿੱਚ ਹੀ ਫਸੇ ਹੋਏ ਹਾਂ। ਤਾਂ ਸੰਗਤ ਜੀ, ਅੱਜ ਅਸੀਂ ਸਿਰਫ ਤਿੰਨਾਂ ਦੀ ਹੀ ਗੱਲ ਕੀਤੀ ਹੈ, ਇਹ ਜਿਹੜੇ ਸਾਡੇ ਤਿੰਨ ਨੇ। ਤਾਂ ਅਗਲੇ ਹਫ਼ਤੇ ਅਸੀਂ ਜਿਹੜੀਆਂ ਅਗਲੀਆਂ ਵਿਚਾਰਾਂ ਕਰਾਂਗੇ ਕਿ ਕਿਵੇਂ ਜਿਹੜਾ ਹੈ ਅਸੀਂ ਇਸ ਫਿਜ਼ੀਕਲ ਬਾਡੀ ਦੇ ਵਿੱਚ ਆਏ ਹਾਂ, ਔਰ ਸਾਡੀ ਯਾਤਰਾ ਜਿਵੇਂ ਇਹ ਕਿਵੇਂ ਚੱਲ ਰਹੀ ਹੈ, ਗੁਰਬਾਣੀ ਨਾਲ ਸਾਨੂੰ ਕਿਵੇਂ ਸੇਧਾਂ ਦੇ ਰਹੀ ਹੈ, ਵਿਦਵਾਨ ਸਾਨੂੰ ਕੀ ਦੱਸ ਰਹੇ ਨੇ ਇਹਨਾਂ ਬਾਰੇ। ਵਿਦਵਾਨ ਕਿਉਂਕਿ ਬਾਡੀ ਤੱਕ ਵੀ ਖੋਜ ਕਰ ਰਹੇ ਨੇ, ਕਿਹੜੀਆਂ ਬਿਮਾਰੀਆਂ ਲੱਗ ਰਹੀਆਂ ਨੇ, ਮਨ ਤੱਕ ਖੋਜ ਕਰ ਰਹੇ ਨੇ। ਤਾਂ ਗੁਰੂ ਨੇ ਅੱਗੇ ਸੁਰਤੀ ਤੋਂ ਵੀ ਉੱਤੇ ਸਾਨੂੰ ਪਾਰ ਲੈ ਜਾਣਾ, ਜਿੱਥੇ ਸੁਰਤੀ ਵੀ ਨਹੀਂ ਰਹਿਣੀ, ਗੁਰੂ ਨੇ ਸਾਨੂੰ ਉੱਥੇ ਪਾਰ ਲੈ ਜਾਣਾ। ਸੋ ਬੜੀ ਸੁੰਦਰ ਯਾਤਰਾ ਸਾਡੀ ਸਾਰਿਆਂ ਦੀ ਚੱਲ ਰਹੀ ਹੈ। ਸੋ ਇਹਨਾਂ ਤਿੰਨਾਂ ਦੇ ਉੱਤੇ ਅਸੀਂ ਕੰਮ ਕਰੀਏ, ਹੈ ਨਾ। ਸੋ ਭੋਗਾਂ ਦੀ ਬਜਾਏ ਅਸੀਂ ਜਿਹੜਾ ਰਾਮ ਰਸ ਲਈਏ, ਨਾਮ ਜਪੀਏ, ਬਾਣੀ ਪੜ੍ਹੀਏ, ਇੱਧਰ ਨੂੰ ਆਪਣੀਆਂ ਭਾਵਨਾਵਾਂ ਜਿਹੜੀਆਂ ਨੇ, ਆਪਣੇ ਇਮੋਸ਼ਨਸ ਨੇ, ਇਹਨਾਂ ਦੀ ਸਾਰੀ ਜਿਹੜੀ ਨੈਗੇਟਿਵਿਟੀ ਤੋਂ ਹਟਾ ਕੇ ਇਹਨੂੰ ਸ਼ੁੱਧ ਪਵਿੱਤਰ ਭਾਵਨਾਵਾਂ ਦੇ ਵਿੱਚ ਅਸੀਂ ਚੱਲੀਏ। ਸਾਰੇ ਡਰਾਂ ਨੂੰ ਅਸੀਂ ਕਰੀਏ ਦੂਰ, ਸਾਡੇ ਕੋਲ ਹੈ ਪਰਮਾਤਮਾ, ਹੈ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਕਟਾਂ ਕਾ ਅੰਤਰ ਜਾਮੀ, सोए अचिंता जाग अचिंता, जहां कहाँ प्रभ तू वरतंता, घर सुख बसिया बाहर सुख पाया, कहो नानक गुर मंत्र दृढ़ाया। गुरु ने मंत्र सानू दृढ़ करवा दिता है ना। जदों ये समझ आ गई भी वो नाल ही आ मेरे परमात्मा, फिर नहीं डर लगेगा, फिर नहीं चिंता होगी, फिर सुखी बसांगे असीं,
ਉਹ ਇਵੇਂ ਹਰ ਵੇਲੇ ਮਹਿਸੂਸ ਕਰਨਾ, ਇਹ ਜਪਾਂਗੇ ਨਾਮ ਤਾਂ ਹੀ ਮਹਿਸੂਸ ਕਰਾਂਗੇ ਨਾ, ਕੀਰਤਨ, ਕਥਾ, ਬਾਣੀ ਪੜ੍ਹਾਂਗੇ ਤਾਂ ਹੀ ਮਹਿਸੂਸ ਕਰਾਂਗੇ ਨਾ, ਨਹੀਂ ਤਾਂ ਫਿਰ ਜੋ ਦੇਖਦੇ ਹਾਂ, ਜੋ ਸੁਣਦੇ ਹਾਂ, ਜੋ ਵਿਚਾਰਾਂ ਚੱਲਦੀਆਂ ਉਹੀ ਮਹਿਸੂਸ ਕਰੀ ਜਾਵਾਂਗੇ। ਸੋ ਵੱਧ ਤੋਂ ਵੱਧ ਸਮਾਂ ਜਿਹੜਾ ਆਪਣੀ ਟਰਾਂਸਫੋਰਮੇਸ਼ਨ ਵੱਲ ਨੂੰ ਅਸੀਂ ਲਾਈਏ। ਕੋਈ ਵੀ ਇਮੋਸ਼ਨ ਨੂੰ ਦਬਾਉਣਾ ਨਹੀਂ, ਦਬਾਉਣਾ ਵੀ ਖਤਰੇ ਹੋ ਜਾਂਦੇ, ਜਦੋਂ ਦਬਾਉਂਦੇ ਆ ਨਾ ਉਹ ਹੋਰ ਸਾਨੂੰ ਰੋਗ ਬਿਮਾਰੀਆਂ ਲੱਗਦੇ ਨੇ। ਇਹਨਾਂ ਨੂੰ ਸਮਝਣਾ ਹੈ ਆਪਣੇ ਇਮੋਸ਼ਨਸ ਨੂੰ, ਉਹਦੀ ਟਰਾਂਸਫੋਰਮੇਸ਼ਨ ਕਰਨੀ ਆ। ਇਹ ਸਾਡੀ ਯਾਤਰਾ ਜਿਹੜੀ ਚੱਲੀ ਜਾਵੇਗੀ। ਅਗਲੇ ਹਫਤੇ ਅਸੀਂ ਬਾਕੀ ਜਿਹੜੇ ਸਾਡੇ 4 ਪੁਆਇੰਟਸ ਨੇ ਐਨਰਜੀ ਪੁਆਇੰਟਸ, ਉਹਨਾਂ ਦੀਆਂ ਅਸੀਂ ਵਿਚਾਰਾਂ ਕਰਾਂਗੇ, ਔਰ ਕਿਵੇਂ ਗੁਰੂ ਮਹਾਰਾਜ ਜੀ ਸਾਨੂੰ ਜਿਹੜੇ ਨੇ ਇਹ ਸਾਰੇ ਸਰੀਰਾਂ ਤੋਂ ਵੀ ਪਾਰ, ਉਸ ਪਾਰ ਬ੍ਰਹਮ ਪਰਮਾਤਮਾ ਦੇ ਵਿੱਚ ਹੀ ਸਾਨੂੰ ਲਿਵਲੀਨ ਕਰ ਦਿੰਦੇ ਨੇ ਸਾਡੇ ਗੁਰੂ ਜੀ ਮਹਾਰਾਜ ਜੀ, ਜਿਨ੍ਹਾਂ ਲਈ ਬਾਣੀ ਦੇ ਵਿੱਚ ਕੀ ਕਿਹਾ ਵੀ ਸਭ ਤੋਂ ਸ਼੍ਰੋਮਣੀ ਨੇ ਸ੍ਰੀ ਸਾਹਿਬ ਜੀ ਨੇ, ਹੈ। ਸੋ ਉਹ ਸਤਿਗੁਰਾਂ ਦਾ ਅਸੀਂ ਓਟ ਆਸਰਾ। ਅੱਜ ਵੀ ਅੰਮ੍ਰਿਤ ਵੇਲੇ ਅਰਦਾਸ ਬੇਨਤੀ ਕੀਤੀ ਸੀ, ਹੁਣ ਵੀ ਸੰਗਤੀ ਰੂਪ ਵਿੱਚ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਹੀ ਚਰਨਾਂ ਦਾ, ਆਪ ਜੀ ਦੀਆਂ ਅਸੀਸਾਂ ਦਾ, ਆਪ ਜੀ ਦਾ ਮੇਰਾ ਭਰਿਆ ਹੱਥ ਸਾਰੀ ਸੰਗਤ ਦੇ ਉੱਤੇ ਹੋਵੇ, ਐਸੀ ਅਸੀਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਸਾਨੂੰ ਸਾਰਿਆਂ ਨੂੰ ਵਿਵੇਕ ਬੁੱਧ ਬਖਸ਼ੋ ਦਾਤਾ ਜੀ, ਹੈ ਨਾ। ਤਾਂ ਸਾਡੀ ਸਾਰਿਆਂ ਨੂੰ ਇਹ ਯਾਤਰਾ ਤੁਸੀਂ ਆਪ ਹੀ ਕਰਵਾਓ ਦਾਤਾ ਜੀ, ਤੇ ਸਾਨੂੰ ਸੱਚ ਦੇ ਵਿੱਚ, ਪਾਰ ਬ੍ਰਹਮ ਪਰਮਾਤਮਾ ਦੇ ਵਿੱਚ ਸਾਨੂੰ ਲਿਵਲੀਨ ਕਰ ਦਿਓ। ਐਸੀਆਂ ਆਪਣੀਆਂ ਰਹਿਮਤਾਂ ਸਾਰੀ ਸੰਗਤ ਦੇ ਉੱਤੇ ਆਪਣੀਆਂ ਬਖਸ਼ਿਸ਼ਾਂ ਕਰੋ ਦਾਤਾ ਜੀ। ਸਾਡੀਆਂ ਜਨਮਾਂ ਜਨਮਾਂ ਦੀਆਂ ਕੀਤੀਆਂ ਭੁੱਲਾਂ, ਗਲਤੀਆਂ, ਔਗਣ ਜਿਹੜੀਆਂ ਸਾਡੇ ਅੰਦਰ ਮੈਲਾਂ ਭਰੀਆਂ ਪਈਆਂ ਨੇ ਸਾਡੇ ਸੰਸਕਾਰਾਂ ਦੇ ਵਿੱਚ, ਉਹ ਸਾਰਿਆਂ ਦਾ ਸ਼ੁੱਧੀਕਰਨ ਕਰੋ ਦਾਤਾ ਜੀ। ਸੰਗਤ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਆਪ ਜੀ ਹਮੇਸ਼ਾ ਹੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ। ਤੁਹਾਡੀਆਂ ਹੀ ਸੰਗਤਾਂ ਦੀ ਅਸੀਸਾਂ ਪਿੱਛੇ ਗੁਰੂ ਮਹਾਰਾਜ ਜੀ ਸਾਨੂੰ ਵੀ ਸੰਗਤ ਵਿੱਚ ਬਿਠਾ ਲੈਂਦੇ ਨੇ, ਸਾਨੂੰ ਵੀ ਮਹਾਰਾਜ ਜੀ ਬਖਸ਼ ਦੇਣਗੇ ਜੀ। ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।